ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰ ਦਾਸ ਗੁਰ ਹਿਰਦੈ ਧਿਆਵਉ ਹਿਰਦੈ ਧਿਆਵਉ ਸ਼੍ਰੀ ਗੁਰ ਰਾਮਦਾਸ ਗੁਣ ਗਾਵਉ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਹਾਰੋਂ ਤਹਾ ਬੰਦਾਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ ਬੰਦੋਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨਾ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨਾ ਵਿਨਾਸ਼ਨ ਸੋਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਤਬ ਮੈਂ ਸੁਨ ਕਰ ਹੋਇਓ ਤਿਆਰ ਪੂਰਾ ਧਰਮ ਕੀਨ ਤਿਸ ਬਾਰ ਜੀਤ ਲੀਨ ਮੈਂ ਝਗਰਾ ਸਾਰੂ ਅਵਨੀ ਲੀਨ ਹਰਖ ਕਰ ਭਾਰੂ ਤਬ ਮੈਂ ਸੁਨ ਕਰ ਹੋ ਤਿਆਰ ਪੂਰਾ ਧਰਮ ਕੀਨ ਤਿਸ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗਾਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ।
ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਘਾਲ ਕਮਾਈ ਜਦੋਂ ਥਾਂ ਪੈ ਗਈ, ਸਤਿਗੁਰੂ ਮਹਾਰਾਜ ਜੀ ਨੇ ਸਾਰੇ ਭੰਡਾਰੇ ਆਪਣੇ ਖੋਲ ਦਿੱਤੇ, ਆਪਣੇ ਨਾਲ ਮੇਲ ਲਿਆ ਤੇ ਕਿਹਾ ਕਿ ਪੁਰਖਾ, ਅੱਜ ਤੋਂ ਬਾਅਦ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਸਰੀਰ ਦੋ ਹੋਣਗੇ ਲੇਕਿਨ ਜੋਤ ਉਹ ਤਾਂ ਉਹੀ ਹੋਵੇਗੀ, ਇੱਕ ਜੋਤ ਹੋਵੇਗੀ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਬੇਅੰਤ ਵਰ ਦਿੱਤੇ ਹਨ। ਬੜੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਨੀ ਕੀਤੀ ਹੈ। ਤੇ ਫਿਰ ਕਿਹਾ ਕਿ ਹੁਣ ਆਪ ਜੀ ਇਸ ਨਗਰ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਆਪ ਜੀ ਨੇ ਨਹੀਂ ਰਹਿਣਾ ਹੈ। ਹੁਣ ਦੂਜੇ ਇਲਾਕੇ ਦੇ ਵਿੱਚ ਦੂਜੀ ਥਾਂ ਤੇ ਜਾ ਕਰਕੇ ਆਪ ਜੀ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੋ। ਇੱਕ ਤਾਂ ਸਿੱਖੀ ਦਾ ਬਹੁਤ ਜ਼ਿਆਦਾ ਵਾਧਾ ਹੋਵੇਗਾ, ਉਹਨਾਂ ਇਲਾਕਿਆਂ ਦੇ ਵਿੱਚ ਵੀ ਧਰਮ ਦਾ ਪ੍ਰਚਾਰ ਹੋਵੇਗਾ ਤੇ ਨਾਲ ਆਪਸ ਦੇ ਵਿੱਚ ਜੋ ਈਰਖਾ ਦਵੈਸ਼ ਜੋ ਹੈ ਉਹਦੇ ਨਾਲੋਂ ਵੀ ਆਪਾਂ ਨੇ ਬਚ ਜਾਣਾ ਹੈ। ਇਹ ਜਦੋਂ ਬਚਨ ਕੀਤਾ, ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸੱਤ ਕਰਕੇ ਮੰਨਿਆ। ਫਿਰ ਥੋੜੇ ਕੋ ਦਿਨਾਂ ਤੋਂ ਬਾਅਦ ਇੱਕ ਖੱਤਰੀ ਜਾਤੀ ਦਾ, ਜਿਹਦਾ ਨਾਮ ਹੈ ਭਾਈ ਗੋਂਦਾ ਖੱਤਰੀ, ਸਤਿਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆਇਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਉਹਨੇ ਬਚਨ ਕਰਨਾ ਕੀਤਾ, ਕਿਹਾ ਸਤਿਗੁਰੂ ਮਹਾਰਾਜ, ਮੈਂ ਬਹੁਤ ਵੱਡਾ ਚੌਧਰੀ ਹਾਂ, ਬਹੁਤ ਵੱਡੀ ਮੇਰੇ ਕੋਲ ਥਾਂ ਹੈ, ਜ਼ਮੀਨ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਉਥੇ ਨਗਰ ਵੀ ਵਸਾਇਆ ਆਪਣੀ ਥਾਂ ਦੇ ਉੱਤੇ, ਲੇਕਿਨ ਭੂਤਾਂ ਪ੍ਰੇਤਾਂ ਨੇ ਮੇਰਾ ਨਗਰ ਨਹੀਂ ਵਸਣ ਦਿੱਤਾ। ਜਿੰਨੇ ਵੀ ਨਗਰ ਦੇ ਵਿੱਚ ਲੋਕ ਵਸਦੇ ਸਨ ਉਹ ਸਾਰੇ ਭੈਭੀਤ ਹੋ ਕਰਕੇ ਭੱਜ ਗਏ, ਦੌੜ ਗਏ। ਬਹੁਤ ਮਹਾਰਾਜ ਮੈਨੇ ਯਤਨ ਕਰਨਾ ਕੀਤਾ, ਬੜੇ ਤਾਂਤਰਿਕ ਆਦਿਕ ਉਹਨਾਂ ਨੂੰ ਸੱਦਿਆ, ਜਾਦੂ ਟੂਣਾ ਕਰਨ ਵਾਲਿਆਂ ਨੂੰ ਮੈਨੇ ਸੱਦਿਆ ਤੇ ਇਸ ਤਰ੍ਹਾਂ ਬਹੁਤ ਉਪਚਾਰ ਕਰਨ ਦਾ ਮੈਨੇ ਯਤਨ ਕੀਤਾ, ਲੇਕਿਨ ਉਹ ਨਿਖਿੱਧ ਆਤਮਾਵਾਂ ਭੂਤ ਪ੍ਰੇਤ ਸ਼ਾਂਤੀ ਨਹੀਂ ਹੁੰਦੇ ਹਨ। ਥੋੜੀ ਉਹਨਾਂ ਦੀ ਗਿਣਤੀ ਨਹੀਂ ਹੈ, ਜਾਣੋ ਕਿ ਪੂਰਾ ਆਪਣਾ ਡੇਰਾ ਲੈ ਕਰਕੇ ਪੂਰੀ ਆਬਾਦੀ ਆ ਕਰਕੇ ਉਹਨਾਂ ਦੀ ਇੱਥੇ ਵਸ ਗਈ। ਦਿਨ ਦੇ ਵਿੱਚ ਸਾਡੇ ਲੋਕ ਉਥੇ ਨਗਰ ਉਸਾਰੀ ਦਾ ਜਿਹੜਾ ਕੰਮ ਕਰਦੇ ਹਨ, ਕੰਧਾਂ ਨੂੰ ਘਰਾਂ ਨੂੰ ਬਣਾਉਂਦੇ ਹਨ, ਕਿਉਂਕਿ ਰਾਤ ਨੂੰ ਤਾਂ ਵਿਸ਼ਰਾਮ ਕਰਨਾ, ਜਦੋਂ ਵਿਸ਼ਰਾਮ ਵਾਸਤੇ ਹਟ ਜਾਂਦੇ ਫਿਰ ਇਹ ਭੂਤ ਪ੍ਰੇਤ ਆ ਕਰਕੇ, ਨਿਖਿੱਧ ਆਤਮਾਵਾਂ ਆ ਕਰਕੇ ਉਹ ਥਾਂ ਨੂੰ ਜਿਹੜੀ ਢਹਿ ਢੇਰੀ ਕਰ ਦਿੰਦੇ ਹਨ। ਬੜਾ ਮਹਾਰਾਜ ਮੈਨੇ ਯਤਨ ਕਰਨਾ ਕੀਤਾ, ਲੇਕਿਨ ਨਗਰ ਜਿਹੜਾ ਵਸ ਨਹੀਂ ਸਕਿਆ। ਵਸਦਾ ਵਸਾਇਆ ਨਗਰ ਜਿਹੜਾ ਉਜੜ ਗਿਆ ਤੇ ਕਈ ਵਾਰੀ ਵਸਾਉਣ ਦਾ ਵੀ ਮੈਨੇ ਯਤਨ ਕੀਤਾ, ਲੇਕਿਨ ਇਹ ਵਸ ਨਹੀਂ ਸਕਿਆ। ਹੁਣ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਜਿੰਨੇ ਵੀ ਜਿਹੜੇ ਹਨ ਗੁਪਤ ਤੇ ਪ੍ਰਗਟ ਜੀਵ ਸਾਰੇ ਆਪ ਜੀ ਦੇ ਹੁਕਮ ਦੇ ਵਿੱਚ ਹਨ। ਆਪ ਜੀ ਦੀ ਮੈਨੇ ਬਹੁਤ ਜ਼ਿਆਦੀ ਵਡਿਆਈ ਨੂੰ ਸਰਵਣ ਕਰਨਾ ਕੀਤਾ। ਕਿਰਪਾ ਕਰੋ ਮਹਾਰਾਜ, ਇੱਕ ਵਾਰੀ ਉਹ ਜਿਹੜਾ ਨਗਰ ਜੋ ਮੈਂ ਵਸਾਉਣਾ ਚਾਹੁੰਦਾ, ਉਹ ਜੇ ਮੇਰਾ ਨਗਰ ਵਸ ਜਾਵੇ, ਫਿਰ ਜਿੰਨੀ ਆਪ ਜੀ ਜ਼ਮੀਨ ਬੋਲੋਗੇ ਕੋਈ ਮਹਾਰਾਜ ਰੋਕ ਟੋਕ ਨਹੀਂ ਹੋਵੇਗੀ। ਜਿੰਨੀ ਆਪ ਜੀ ਕਹੋਗੇ ਉਹ ਸਾਰੀ ਥਾਂ ਉਹ ਜ਼ਮੀਨ ਮੈਨੇ ਆਪ ਜੀ ਨੂੰ ਦੇ ਦੇਣੀ ਹੈ, ਆਪ ਜੀ ਦੇ ਨਾਂ ਤੇ ਲਵਾ ਦੇਣੀ ਹੈ। ਕਿਰਪਾ ਕਰੋ ਮਹਾਰਾਜ, ਕਿਰਪਾ ਕਰਕੇ ਇੱਕ ਵਾਰੀ ਉਥੋਂ ਭੂਤ ਪ੍ਰੇਤ ਜਿੰਨੇ ਵੀ ਨਿਖਿੱਧ ਆਤਮਾਵਾਂ ਭੂਤ ਪ੍ਰੇਤ ਆਦਿਕ, ਇਹ ਹਰ ਕਿਸੇ ਦਾ ਪਿੱਛਾ ਨਹੀਂ ਕਰਦੀਆਂ। ਜ਼ਰੂਰ ਤੇਰੇ ਤੋਂ ਕੋਈ ਗਲਤੀ ਹੋਈ ਹੋਵੇਗੀ, ਬਹੁਤ ਵੱਡਾ ਤੂਨੇ ਅਪਰਾਧ ਗੁਨਾਹ ਕੀਤਾ ਹੋਵੇਗਾ, ਤਾਂ ਕਰਕੇ ਇਹ ਤੈਨੂੰ ਚਿੰਮੜ ਗਏ, ਤੇਰਾ ਘਰ ਵਸਣ ਨਹੀਂ ਦਿੰਦੇ, ਤੇਰੇ ਸਾਰੇ ਕੰਮ ਦੇ ਵਿੱਚ ਇਹ ਵਿਘਨ ਪਾ ਦਿੰਦੇ ਹਨ। ਤੇ ਨਾਲ ਮਹਾਰਾਜ ਜੀ ਨੇ ਕਿਹਾ ਕਿ ਭਲਿਆ, ਜੇ ਤੂੰ ਆਪਣਾ ਭਲਾ ਮਨਾਉਣਾ ਚਾਹੁੰਦਾ, ਜੇ ਉਹ ਥਾਂ ਤੂੰ ਫਿਰ ਤੋਂ ਵਸਾਉਣਾ ਚਾਹੁੰਦਾ, ਤੇ ਸਭ ਤੋਂ ਪਹਿਲੀ ਗੱਲ ਤੂੰ ਸੱਚ ਦੱਸ ਦੇਣਾ ਕਰ। ਕੋਈ ਵੀ ਗੱਲ ਨੂੰ ਨਾ ਲੁਕਾਉਣਾ ਕਰ, ਬਿਲਕੁਲ ਸੱਚ ਦੱਸ ਦੇ। ਸਾਨੂੰ ਵੀ ਤਾਂ ਪਤਾ ਚੱਲੇ ਕਿ ਕੀ ਕਾਰਨ ਹੈ, ਤੇਰੇ ਤੋਂ ਕੀ ਗੁਨਾਹ ਹੋਇਆ, ਕੀ ਗਲਤੀ ਹੋਈ, ਜਿਸ ਕਰਕੇ ਉਹ ਨਿਖਿੱਧ ਆਤਮਾਵਾਂ ਤੇਰਾ ਖਹਿੜਾ ਨਹੀਂ ਛੱਡ ਰਹੀਆਂ। ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਝੂਠ ਨਾ ਬੋਲੀ ਭਾਈ,
ਤਾਂ ਫਿਰ ਅੱਗੋਂ ਗੋਂਦਾ ਖੱਤਰੀ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਮਹਾਰਾਜ, ਮੈਂ ਆਪ ਜੀ ਨੂੰ ਸੱਚ ਸੱਚ ਦੱਸਦਾ ਹਾਂ, ਆਪ ਜੀ ਦਾ ਬਚਨ ਸੱਚਾ ਹੈ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਜਿਸ ਕਰਕੇ ਇਹ ਪ੍ਰਣਾਮ ਮੈਨੂੰ ਭੁਗਤਣਾ ਪੈ ਰਿਹਾ। ਕਹਿੰਦਾ, ਮੇਰੇ ਸ਼ਰੀਕਿਆਂ ਦੇ ਨਾਲ ਮੇਰੀ ਨਹੀਂ ਬਣਦੀ ਸੀ, ਝਗੜਾ ਸਾਡਾ ਇੰਨਾ ਜ਼ਿਆਦਾ ਵੱਧ ਗਿਆ, ਤੇ ਨਾਲ ਜਿਹੜੇ ਪਰਿਵਾਰ ਦੇ ਬਜ਼ੁਰਗ ਸਿਆਣੇ ਸਮਝਦਾਰ, ਉਹਨਾਂ ਨੇ ਵੀ ਬੜਾ ਯਤਨ ਕੀਤਾ ਕਿ ਭਾਈ ਆ ਝਗੜਾ ਜਿਹੜਾ ਪਿਆ ਹੋਇਆ ਇਹ ਟਲ ਜਾਵੇ, ਇਹ ਰੁਕ ਜਾਵੇ। ਲੇਕਿਨ ਮਹਾਰਾਜ ਇਹ ਝਗੜਾ ਵੱਧਦਾ ਗਿਆ, ਇੱਥੋਂ ਤੱਕ ਵੱਧ ਗਿਆ ਅਸਾਂ ਫਿਰ ਸਰਕਾਰੀ ਦਰਬਾਰੀ ਜਾ ਕਰਕੇ ਦਿੱਲੀ ਸਰਕਾਰ ਦੇ ਕੋਲ ਜਾ ਕਰਕੇ ਫਰਿਆਦ ਕਰਨੀ ਕੀਤੀ। ਉੱਥੇ ਵੀ ਜਿਹੜਾ ਕਾਜੀ ਜਿਹੜਾ ਸੀ, ਬੜਾ ਈਮਾਨਦਾਰ ਬੰਦਾ ਸੀ, ਉਹਨੇ ਵੀ ਫਿਰ ਇਹ ਮਾਮਲੇ ਨੂੰ ਜਦੋਂ ਵੇਖਿਆ, ਉਹਨੂੰ ਵੀ ਫਿਰ ਪਤਾ ਨਹੀਂ ਚੱਲ ਰਿਹਾ ਕਿ ਕਿਹੜਾ ਪੱਖ ਸੱਚਾ ਹੈ ਤੇ ਕਿਹੜਾ ਪੱਖ ਝੂਠਾ ਹੈ। ਉਹ ਵੀ ਫਿਰ ਨਿਰਣੇ ਦੇ ਵਿੱਚ ਉਹਨੂੰ ਸਮਝ ਨਹੀਂ ਪੈ ਰਹੀ ਸੀ ਕਿ ਕਿਉਂਕਿ ਕੋਈ ਚੀਜ਼ ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਹਾਂ ਭਾਈ ਇਹਦੇ ਵਿੱਚ ਸੱਚਾਈ ਹੈ ਤੇ ਆ ਝੂਠਾ ਬੰਦਾ, ਆਪਾਂ ਤੁਰੰਤ ਪਿਆਰਿਓ ਨਿਰਣਾ ਕਰ ਦਿੰਦੇ ਆ, ਫੈਸਲਾ ਕਰ ਦਿੰਦੇ। ਲੇਕਿਨ ਉਹ ਵੀ ਅਸਮਰਥ ਸੀ, ਉਹਨੂੰ ਵੀ ਪਤਾ ਨਹੀਂ ਚੱਲ ਰਿਹਾ। ਫਿਰ ਉਹਨੇ ਇੱਕ ਤਰਕੀਬ ਲੜਾਉਣੀ ਕੀਤੀ। ਉਸ ਕਾਜੀ ਨੇ ਕਿਹਾ ਕਿ ਭਾਈ ਤੁਹਾਨੂੰ ਮੈਂ ਧਰਮ ਦਾ ਵਾਸਤਾ ਪਾਉਂਦਾ ਹਾਂ, ਤੁਹਾਨੂੰ ਆਪਣੇ ਧਰਮ ਦੀ ਮੈਂ ਤੁਹਾਨੂੰ ਸਹੁੰ ਚੁਕਵਾਉਣਾ ਹੈ ਤੇ ਤੁਸੀਂ ਸੱਚ ਸੱਚ ਦੱਸ ਦਿਓ। ਜਿਹੜਾ ਬੰਦਾ ਸੱਚਾ ਉਹਨੇ ਕਹਿ ਦੇਣਾ ਹਾਂ ਜੀ ਮੈਂ ਸੱਚਾ ਹਾਂ, ਮੇਰਾ ਦਾਵਾ ਹੈ। ਜਿਹੜੇ ਬੰਦੇ ਦਾ ਦਾਵਾ ਨਹੀਂ ਬਣਦਾ ਉਹ ਸਹੁੰ ਚੁੱਕ ਕਰਕੇ ਕਹਿ ਦੇਵੇ ਕਿ ਨਹੀਂ ਜੀ ਮੈਂ ਗਲਤ ਹਾਂ। ਫਿਰ ਵੀ ਪਿਆਰਿਓ ਜਦੋਂ ਉਹਨੇ ਸ਼ਰਤ ਲਾ ਦਿੱਤੀ ਤੇ ਗੋਂਦਾ ਕਹਿਣ ਲੱਗਾ, ਸਤਿਗੁਰੂ ਮਹਾਰਾਜ, ਲਾਲਚ ਦੇ ਪਿੱਛੇ ਲੱਗ ਕਰਕੇ ਮੈਂ ਬੇਈਮਾਨ ਬਣ ਗਿਆ, ਮੈਨੇ ਧਰਮ ਨੂੰ ਵੀ ਵੇਚ ਦਿੱਤਾ ਤੇ ਮੈਨੇ ਧਰਮ ਦੀ, ਰੱਬ ਦੀ, ਪਰਮਾਤਮਾ ਦੀ ਸਹੁੰ ਚੁੱਕਣੀ ਕੀਤੀ ਤੇ ਮੈਨੇ ਝੂਠੀ ਸਹੁੰ ਚੁੱਕੀ ਸੀ। ਇਸ ਕਰਕੇ ਲੱਗਦਾ ਸਤਿਗੁਰੂ ਮਹਾਰਾਜ ਇਹ ਬਲਾਵਾਂ ਮੇਰੇ ਮਗਰ ਪੈ ਗਈਆਂ। ਇੱਥੋਂ ਤੱਕ ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਪ੍ਰਸੰਗ ਨੂੰ ਸਰਵਣ ਕੀਤਾ ਸੀ। ਹੁਣ ਸਤਿਗੁਰੂ ਮਹਾਰਾਜ ਕਿਸ ਤਰ੍ਹਾਂ ਜਾ ਕਰਕੇ ਉਹ ਨਗਰ ਨੂੰ ਵਸਾਉਂਦੇ ਹਨ, ਆਓ ਉਹ ਪ੍ਰਸੰਗ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਮੈਂ ਸੁਨ ਕਰ ਹੋਇਓ ਤਿਆਰ। ਗੋਂਦਾ ਖੱਤਰੀ ਕਹਿੰਦਾ, ਸਤਿਗੁਰੂ ਮਹਾਰਾਜ ਇਹ ਆਪਣੀ ਪਿਛਲੀ ਜੋ ਕਥਾ ਹੈ ਉਹ ਮਹਾਰਾਜ ਜੀ ਨੂੰ ਦੱਸ ਰਿਹਾ ਕਿ ਮਹਾਰਾਜ ਮੈਨੇ ਕਿਸ ਤਰ੍ਹਾਂ ਠੱਗੀ ਮਾਰਨੀ ਕੀਤੀ ਹੈ, ਕਿਸ ਤਰ੍ਹਾਂ ਮੈਨੇ ਝੂਠ ਬੋਲਣਾ ਕੀਤਾ। ਕਿਹਾ ਜਦੋਂ ਕਾਜੀ ਨੇ ਕਿਹਾ ਕਿ ਭਾਈ ਤੁਹਾਨੂੰ ਝੂਠ ਬੋਲੇਗਾ ਦਰਗਾਹ ਦੇ ਵਿੱਚ ਉਹਦਾ ਮੂੰਹ ਕਾਲਾ ਹੋਵੇਗਾ ਜਾਂ ਪ੍ਰਮਾਤਮਾ ਆਪ ਉਹਦਾ ਫੈਸਲਾ ਕਰਨਗੇ। ਤੇ ਇਹ ਬਚਨ ਸੁਣ ਕਰਕੇ ਗੋਂਦਾ ਕਹਿੰਦਾ, ਮਹਾਰਾਜ ਮੇਰੇ ਮਨ ਦੇ ਵਿੱਚ ਲਾਲਚ ਬਹੁਤ ਜ਼ਿਆਦਾ ਸੀ, ਤੁਰੰਤ ਮਹਾਰਾਜ ਮੈਂ ਤਿਆਰ ਹੋ ਗਿਆ। ਪੂਰਾ ਧਰਮ ਕੀਨ ਤਿਸ ਬਾਰ। ਮੈਨੇ ਮਹਾਰਾਜ ਉਸ ਵੇਲੇ ਝੂਠਾ ਧਰਮ ਕਰਨਾ ਕੀਤਾ, ਭਾਵ ਕਿ ਮੈਨੇ ਰੱਬ ਦੀ, ਭਗਵਾਨ ਦੀ ਝੂਠੀ ਸਹੁੰ ਚੁੱਕਣੀ ਕੀਤੀ ਹੈ। ਕਿਹਾ ਕਿ ਭਾਈ ਇਹਦਾ ਮੇਰਾ ਹੀ ਹੱਕ ਬਣਦਾ, ਮੈਂ ਸੱਚਾ ਹਾਂ ਕਰਕੇ। ਜੀਤ ਲੀਨ ਮੈਂ ਝਗੜਾ ਸਾਰੂ। ਇਸ ਤਰ੍ਹਾਂ ਝੂਠ ਬੋਲ ਕਰਕੇ, ਛਲ ਕਰਕੇ, ਫਰੇਬ ਕਰਕੇ ਮਹਾਰਾਜ ਉਸ ਵੇਲੇ ਤਾਂ ਝਗੜਾ ਜਿਹੜਾ ਮੈਨੇ ਜਿੱਤ ਲਿਆ। ਫੈਸਲਾ ਤਾਂ ਫਿਰ ਮੇਰੇ ਵੱਲ ਹੀ ਹੋਣਾ ਸੀ। ਸਾਰੀ ਪ੍ਰਾਪਰਟੀ ਜਿਹੜੀ ਹੈ, ਸਾਰੀ ਜ਼ਮੀਨ ਫਿਰ ਮੇਰੇ ਨਾਂ ਦੇ ਉੱਤੇ ਲੱਗ ਗਈ। ਅਬਨੀ ਲੀਨ ਹਰਖ ਕਰ ਭਾਰੂ। ਮੈਂ ਬਹੁਤ ਜ਼ਿਆਦਾ ਪ੍ਰਸੰਨ ਹੋਇਆ, ਸੋਚਿਆ ਕਿ ਲਾਓ ਭਾਈ ਮੈਨੇ ਸਾਰਿਆਂ ਨੂੰ ਬੇਵਕੂਫ ਬਣਾ ਦਿੱਤਾ। ਛੋਟੀ ਜੀ ਗੱਲ ਸੀ ਧਰਮ ਦੇ ਨਾਂ ਤੇ ਸਹੁੰ ਚੁੱਕਣੀ। ਮੈਨੇ ਸਹੁੰ ਚੁੱਕ ਕਰਕੇ ਸਾਰਿਆਂ ਦੇ ਨਾਲ ਛਲ ਕਰਨਾ ਕੀਤਾ, ਫਰੇਬ ਕਰਨਾ ਕੀਤਾ।
ਉਸ ਵੇਲੇ ਤਾਂ ਮੈਂ ਬਹੁਤ ਜ਼ਿਆਦਾ ਪ੍ਰਸੰਨ ਸੀ। ਜਬ ਮੈਂ ਆਏ ਬਸਾਵਨ ਕੀਨਾ, ਲੇਕਿਨ ਸਤਿਗੁਰੂ ਮਹਾਰਾਜ ਮੈਨੂੰ ਨਹੀਂ ਪਤਾ ਕਿ ਭਾਈ ਜਿਹੜੇ ਝੂਠ ਬੋਲਦੇ ਹਨ, ਗਲਤ ਤਰੀਕੇ ਦੇ ਨਾਲ ਆਪਣਾ ਕੰਮ ਕਰ ਜਾਂਦੇ ਤੇ ਜਿਹੜੇ ਰੱਬ ਦਾ ਵਾਸਤਾ ਵੀ ਪਾ ਕਰਕੇ ਰੱਬ ਨੂੰ ਵੀ ਭੁਲਾ ਦਿੰਦੇ ਹਨ, ਝੂਠੀਆਂ ਸੋਹਾਂ ਚੁਗਦੇ ਹਨ, ਧਰਮ ਦੇ ਨਾਲ ਜਿਹੜੇ ਸੌਦਾ ਕਰਦੇ ਉਹਨਾਂ ਦਾ ਕਦੇ ਘਰ ਜਿਹੜਾ ਨਹੀਂ ਵਸ ਸਕਦਾ। ਇਹ ਮੈਂ ਭੁੱਲ ਗਿਆ ਸੀ। ਉਸ ਵੇਲੇ ਤਾਂ ਮੈਨੂੰ ਲੱਗਿਆ ਲਾਓ ਭਾਈ ਇੱਕ ਨਿੱਕੀ ਜੀ ਝੂਠੀ ਮੈਂ ਸੌਂ ਚੁੱਕਣੀ ਕੀਤੀ, ਦੇਖੋ ਮੇਰਾ ਕਿੰਨਾ ਵੱਡਾ ਕੰਮ ਬਣ ਗਿਆ, ਕਿੰਨੀ ਪ੍ਰਾਪਰਟੀ, ਕਿੰਨੀ ਜ਼ਮੀਨ ਜਾਇਦਾਦ ਮੈਨੂੰ ਆ ਗਈ ਹੈ। ਲੇਕਿਨ ਜਦੋਂ ਮੈਂ ਵਾਪਸ ਆਪਣੇ ਘਰ ਦੇ ਵਿੱਚ ਆਇਆ, ਭਇਓ ਅਧਰਮ ਪ੍ਰੂਤ ਸਭ ਚੀਨਾ, ਭਇਓ ਅਧਰਮ ਪ੍ਰੇਤ ਸਭ ਚੀਨਾ। ਤਾਂ ਸਤਿਗੁਰੂ ਮਹਾਰਾਜ ਜਦੋਂ ਮੈਂ ਵਾਪਸ ਆਇਆ ਨਾ ਨਗਰ ਦੇ ਵਿੱਚ, ਹੁਣ ਮੈਂ ਸੋਚਿਆ ਭਾਈ ਮੈਨੂੰ ਹੁਣ ਰੋਕਣ ਵਾਲਾ ਤਾਂ ਕੋਈ ਵੀ ਨਹੀਂ ਹੈ, ਹੁਣ ਤਾਂ ਪੂਰਾ ਜਿਹੜਾ ਜ਼ਮੀਨ ਜਾਇਦਾਦ ਦੇ ਉੱਤੇ ਮੇਰਾ ਹੱਕ ਹੈ। ਮੈਨੇ ਸਤਿਗੁਰੂ ਮਹਾਰਾਜ ਫਿਰ ਉੱਥੇ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ। ਲੇਕਿਨ ਜਿੰਨੀਆਂ ਵੀ ਇਹ ਪ੍ਰੇਤ ਆਤਮਾਵਾਂ ਜੋ ਸਨ, ਭੂਤ ਪ੍ਰੇਤ ਆਦਿਕ, ਉਹਨਾਂ ਨੇ ਵੇਖ ਲਿਆ, ਕਿਉਂਕਿ ਉਹਨਾਂ ਦੀ ਨਿਗਾਹ ਤੋਂ ਗੁਪਤ ਰੂਹ ਜਿਹੜੇ ਲੋਕ ਹੁੰਦੇ ਹਨ ਉਹਨਾਂ ਤੋਂ ਤਾਂ ਆਪਾਂ ਬਚ ਸਕਦੇ ਆ। ਅੰਦਰ ਖਾਤੇ ਕਮਰੇ ਦੇ ਵਿੱਚ ਚਲ ਜਾ, ਜੋ ਮਰਜ਼ੀ ਕਰ ਦਿਓ, ਤੇ ਫਿਰ ਬਾਹਰ ਆ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਭਾਈ ਅਸਾਂ ਨੇ ਤਾਂ ਕੁਝ ਵੀ ਨਹੀਂ ਕੀਤਾ, ਕੌਣ ਵੇਖਣ ਵਾਲਾ। ਲੇਕਿਨ ਪਿਆਰਿਓ, ਜੋ ਵੀ ਇਹ ਗੁਪਤ ਆਤਮਾਵਾਂ ਜਿਹੜੀਆਂ ਹੁੰਦੀਆਂ ਹਨ ਜਾਂ ਰੱਬ ਦੀ ਆਖਦੇ ਹੋ, ਆਪਾਂ ਕਦੇ ਬਚ ਪਰਮਾਤਮਾ ਤੋਂ ਆਪਾਂ ਕੋਈ ਗੱਲ ਲੁਕਾ ਛੁਪਾ ਨਹੀਂ ਸਕਦੇ ਹਾਂ। ਕਈ ਵਾਰੀ ਸਾਨੂੰ ਵੀ ਲੱਗਦਾ ਕਿ ਲਓ ਭਈ ਲੋਕਾਂ ਦੇ ਨਾਲ ਨਾਲ ਆਪਾਂ ਨੇ ਰੱਬ ਨੂੰ ਵੀ ਧੋਖਾ ਦੇ ਦਿੱਤਾ। ਲੇਕਿਨ ਪਿਆਰਿਓ, ਰੱਬ ਨੂੰ ਧੋਖਾ ਦੇਣ ਵਾਲਾ ਕੋਈ ਨਹੀਂ ਜੰਮ ਪਿਆ, ਹਾਲੇ ਤੱਕ ਤਾਂ ਨਹੀਂ, ਅੱਗੇ ਵੀ ਕਹਿੰਨੇ ਵੀ ਨਹੀਂ ਜੰਮਣਾ, ਕਿਉਂਕਿ ਰੱਬ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਤੇ ਇਸ ਤਰ੍ਹਾਂ ਮੈਨੇ ਜਦੋਂ ਅਧਰਮ ਕਰਨਾ ਕੀਤਾ, ਗਲਤ ਕੰਮ ਕਰਨਾ ਕੀਤਾ, ਉਸ ਵੇਲੇ ਇਹ ਨਿਖਿੱਧ ਆਤਮਾਵਾਂ ਇਹ ਪ੍ਰੇਰਿਤ ਹੋ ਗਈਆਂ। ਉਹਨਾਂ ਨੇ ਵੇਖਿਆ ਕਿ ਭਾਈ ਇੱਥੇ ਪਾਪ ਹੋਇਆ, ਇੱਥੇ ਗਲਤ ਕੰਮ ਹੋਇਆ, ਚਲ ਆਏ ਲਖ ਪਾਪ ਮਹਾਨ, ਮੇਰਾ ਇੰਨਾ ਵੱਡਾ ਇਹ ਪਾਪ, ਇਹ ਗੁਨਾਹ ਵੇਖ ਕਰਕੇ ਇਹ ਸਾਰੀਆਂ ਨਿਖਿੱਧ ਆਤਮਾਵਾਂ ਜੋ ਹਨ, ਭੂਤ ਪ੍ਰੇਤ ਆਦਿਕ, ਉਹ ਸਾਰੇ ਚੱਲ ਚੱਲ ਕਰਕੇ ਆ ਗਏ। ਦੇਸ਼ ਦੇਸ਼ ਤੇ ਭੇ ਇੱਕ ਥਾਨਾ, ਇੱਕ ਦੇਸ਼ ਤੋਂ ਨਹੀਂ ਸਤਿਗੁਰੂ ਮਹਾਰਾਜ, ਦੇਸ਼ਾਂ ਦੇਸ਼ਾਂਤਰਾਂ ਤੋਂ ਕਈ ਜਿਹੜੇ ਪਰਦੇਸੀ ਭੂਤ ਪ੍ਰੇਤ ਜਿਹੜੇ ਹਨ, ਦੂਜੇ ਤੀਜੇ ਇਲਾਕਿਆਂ ਦੇ, ਉਥੋਂ ਦੇ ਵੀ ਲੋਕ ਆਕਰਸ਼ਿਤ ਹੋ ਕਰਕੇ, ਕਿਉਂਕਿ ਜਿੱਥੇ ਪਿਆਰਿਓ ਇਹ ਜੋ ਨਿਖਿੱਧ ਆਤਮਾਵਾਂ ਹੁੰਦੀਆਂ, ਜਿੱਥੇ ਕੋਈ ਗਲਤ ਕੰਮ ਹੁੰਦਾ ਹੈ, ਜਿੱਥੇ ਕੋਈ ਪਾਪ ਕਰਮ ਹੁੰਦਾ, ਉਸ ਵੱਲ ਇਹ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ। ਉਹਨਾਂ ਦਾ ਖਹਿੜਾ ਪਿਆਰਿਓ ਇਹ ਨਹੀਂ ਛੱਡਦੀਆਂ। ਕਈ ਵਾਰੀ ਕਈ ਯਤਨ ਕਰਦੇ ਹਨ ਕਿ ਭਾਈ ਅਸੀਂ ਇਹ ਤੋਂ ਬਚ ਜਾਈਏ, ਛੁੱਟ ਜਾਈਏ, ਲੇਕਿਨ ਇੱਕ ਵਾਰੀ ਪਿਆਰਿਓ ਅੱਜ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਨਿਖਿੱਧ ਆਤਮਾਵਾਂ, ਇਹ ਭੂਤ ਪ੍ਰੇਤ ਆ ਕਰਕੇ ਚਿੰਬੜ ਗਏ, ਮੈਨੂੰ ਲੱਗ ਗਏ, ਮੇਰਾ ਸ਼ਹਿਰ ਇਹਨਾਂ ਨੇ ਤਬਾਹ ਕਰ ਦਿੱਤਾ। ਮੈਨੂੰ ਵੀ ਸਤਿਗੁਰੂ ਮਹਾਰਾਜ ਉੱਥੇ ਨਹੀਂ ਵਸਣ ਦੇਣਾ ਕੀਤਾ, ਕਿਉਂਕਿ ਪਹਿਲਾ ਪਿਆਰਿਓ ਗੋਂਦਾ ਖੱਤਰੀ ਉੱਥੇ ਵਸਦਾ ਸੀ, ਵਸਾ ਵਸਾਇਆ ਇੱਥੇ ਨਗਰ ਸੀ, ਲੇਕਿਨ ਸਾਰਾ ਨਗਰ ਇਹਨਾਂ ਨੇ ਉਜਾੜ ਦਿੱਤਾ, ਸਾਰੀ ਥੇਂ ਉਹਨਾਂ ਨੇ ਬਰਬਾਦ ਕਰ ਦਿੱਤੀ ਹੈ। ਸਾਰੀ ਰਾਤ ਇਹਨੂੰ ਤੰਗ ਕਰਿਆ ਕਰਦੇ ਸਨ। ਜਦੋਂ ਵੀ ਇਹ ਰਾਤ ਨੂੰ ਪੈਂਦਾ, ਇਹਦੇ ਛਾਤੀ ਤੇ ਚੜ ਜਾਣਾ, ਇਹਨੂੰ ਦੁੱਖ ਦੇਣਾ, ਇਹਦਾ ਗਲਾ ਫੜ ਲੈਣਾ, ਬਹੁਤ ਇਹਨੂੰ ਤਕਲੀਫ ਹੁੰਦੀ ਸੀ, ਬੜਾ ਦੁੱਖ ਹੁੰਦਾ। ਤੇ ਫਿਰ ਜਾ ਕਰਕੇ ਪਿਆਰਿਓ ਆ ਜਿਹੜਾ ਗੋਂਦਾ ਖੱਤਰੀ ਉਥੋਂ ਫਿਰ ਨਗਰ ਤੋਂ ਬਾਹਰ ਭੱਜ ਗਿਆ, ਨਿਕਲ ਗਿਆ। ਸਿਆਣਿਆਂ ਨੇ ਕਿਹਾ ਕਿ ਭਾਈ ਜੇ ਤੂੰ ਇੱਥੇ ਰਵੇਗਾ ਅਸੀਂ ਗਾਰੰਟੀ ਨਹੀਂ ਦੇ ਸਕਦੇ ਆ, ਇਹਨਾਂ ਨੇ ਤੈਨੂੰ ਮਾਰ ਹੀ ਦੇਣਾ। ਹਾਂ ਕੋਈ ਬਾਹਰੀ ਬਿਮਾਰੀ ਹੋਵੇ, ਕਿਉਂਕਿ ਬਾਹਰੀ ਕੋਈ ਬਿਮਾਰੀ ਹੁੰਦੀ ਆ, ਆਪਾਂ ਵੇਖਦੇ ਆ ਬਾਹਰੀ ਬਿਮਾਰੀ ਦਾ ਬਾਹਰੀ ਤੌਰ ਤੇ ਪਿਆਰਿਓ ਇਲਾਜ ਤੁਸੀਂ ਕਰ ਸਕਦੇ ਹੋ, ਲੇਕਿਨ ਜਿਸ ਬਿਮਾਰੀ ਦਾ ਪਤਾ ਹੀ ਨਾ ਚੱਲੇ, ਜੋ ਕਿ ਇਹਨੂੰ ਨਜ਼ਰ ਹੀ ਨਾ ਆਵੇ, ਉਹ ਜੀਆਂ ਜੇ ਬਿਮਾਰੀਆਂ ਲੱਗ ਜਾਣ, ਉਹ ਜੀ ਕੋਈ ਆਤਮਾ ਜਿਹੜੀ ਆ ਚਿੰਬੜ ਜਾਵੇ, ਤੇ ਉਹਨਾਂ ਤੋਂ ਬਚਣਾ ਬੜਾ ਕਠਿਨ ਹੁੰਦਾ ਹੈ। ਇਤਿਹਾਸ ਦੇ ਵਿੱਚ ਆਪਾਂ ਵੇਖਦੇ ਹਾਂ ਪਿਆਰਿਓ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਔਰੰਗਜ਼ੇਬ ਨੇ ਸਜ਼ਾ ਦਿੱਤੀ ਹੈ, ਸਤਿਗੁਰੂ ਮਹਾਰਾਜ ਜੀ ਦਾ ਸੀਸ ਕਲਮ ਕਰਨਾ ਕੀਤਾ,
ਉਹ ਤੋਂ ਬਾਅਦ ਆਪ ਜੀ ਇਤਿਹਾਸ ਪੜ੍ਹ ਲਿਓ। ਔਰੰਗਜ਼ੇਬ ਦੀ ਨਿਤ ਦੀ ਜਿਹੜੀ ਡਾਇਰੀ ਹੈ ਉਹਦਾ ਰੋਜ਼ ਨਿਯਮਿਤ ਉਹ ਪੜ੍ਹ ਲੈਣਾ ਕਰੋ। ਫਿਰ ਔਰੰਗਜ਼ੇਬ ਜ਼ਿਆਦਾ ਚਿਰ ਦਿੱਲੀ ਦੇ ਵਿੱਚ ਰਹਿ ਨਹੀਂ ਸਕਿਆ। ਉਹ ਜਦੋਂ ਫਿਰ ਦਿੱਲੀ ਦੇ ਵਿੱਚ ਆਇਆ ਉਹਨੂੰ ਪੈਰੇ ਚੜਨੇ ਸ਼ੁਰੂ ਹੋ ਗਏ। ਸ਼ਹੀਦ ਸਿੰਘ ਪਿਆਰਿਓ ਚੜ ਜਾਂਦੇ ਸਨ, ਉਹਦੀ ਛਾਤੀ ਦੇ ਉੱਤੇ ਚੜ ਜਾਂਦੇ, ਉਹਨੂੰ ਇੰਨਾ ਮਾਰਦੇ ਇੰਨਾ ਦਿਖਾਉਂਦੇ, ਭੁੱਬਾਂ ਮਾਰ ਮਾਰ ਕਰਕੇ ਰੋ ਪੈਂਦਾ ਤੇ ਚੀਕਾਂ ਮਾਰਦਾ, ਹਾਏ ਮੈਨੂੰ ਬਚਾ ਲਿਓ, ਹਾਏ ਮੈਨੂੰ ਬਚਾ ਲਿਓ। ਨਾਲ ਦੇ ਸਿਪਾਹੀ ਆ ਜਾਂਦੇ ਕਿ ਜਾਪਨਾ ਕੀ ਹੋਇਆ, ਕੋਈ ਵੀ ਤਾਂ ਸਾਨੂੰ ਨਜ਼ਰ ਨਹੀਂ ਆ ਰਿਹਾ, ਅਸੀਂ ਪਹਿਰੇ ਦੇ ਉੱਤੇ ਖੜੋਤੇ ਹੋਏ ਹਾਂ। ਆਪਣੇ ਅੰਦਰ ਪਿਆਰਿਓ ਉਹਨੇ ਪਹਿਰਾ ਲਾ ਦਿੱਤਾ। ਇਤਿਹਾਸ ਦੇ ਵਿੱਚ ਇਹੀ ਗ੍ਰੰਥ ਦੇ ਵਿੱਚ ਅੱਗੇ ਜਾ ਕਰਕੇ ਉਹ ਵੀ ਬਚਨ ਆਵੇਗਾ। ਉਹਨੇ ਫਿਰ ਇਹ ਸ਼ਹੀਦ ਸਿੰਘਾਂ ਤੋਂ ਬਚਣ ਵਾਸਤੇ ਉਹਨੇ ਕੀ ਕਰਨਾ ਕੀਤਾ, ਕਿਉਂਕਿ ਇੰਨਾ ਵੱਡਾ ਉਹਨੇ ਜੋ ਪਾਪ ਕੀਤਾ ਨਾ, ਪਾਪ ਜਿਹੜਾ ਪਿਆਰਿਓ ਫਿਰ ਉਹਦੀ ਕਮਾਈ ਫਿਰ ਖੈੜਾ ਨਹੀਂ ਛੱਡਦੀ ਹੈ। ਤੇ ਪਾਪ ਸ਼ੁਰੂਆਤ ਦੇ ਵਿੱਚ ਕੀ ਹੁੰਦਾ, ਆਪਾਂ ਜਦੋਂ ਗਲਤ ਕੰਮ ਕਰਦੇ ਆ, ਕੋਈ ਵੀ ਪਾਪ ਕਰਦੇ ਆ, ਤੁਰੰਤ ਪਿਆਰਿਓ ਥੋੜੇ ਦਿਨਾਂ ਦੇ ਵਿੱਚ ਉਹਦਾ ਅਸਰ ਨਹੀਂ ਹੁੰਦਾ, ਹੌਲੀ ਹੌਲੀ ਫਿਰ ਉਹਦਾ ਅਸਰ ਹੁੰਦਾ। ਲੇਕਿਨ ਇੱਕ ਵਾਰੀ ਪਾਪ ਕਰਮ ਪਾਪੀ ਦੇ ਉੱਤੇ ਹਾਵੀ ਹੋ ਜਾਣ, ਉਹ ਫਿਰ ਬਚ ਨਹੀਂ ਸਕਦਾ। ਉਹਨੇ ਫਿਰ ਔਰੰਗਜ਼ੇਬ ਨੇ ਲੋਹੇ ਦੇ ਪਿਆਰਿਓ ਮੰਤਰ ਜੰਤਰ ਪੜ੍ਹ ਕਰਕੇ ਉਹ ਫਿਰ ਇਸ ਤਰ੍ਹਾਂ ਦਾ ਪਿੰਜਰਾ ਬਣਾ ਕਰਕੇ ਉਹਦੇ ਵਿੱਚ ਵਿਸ਼ਰਾਮ ਕਰਦਾ ਸੀ। ਬੜੇ ਉਹਨੇ ਫਿਰ ਜਾਦੂਗਰ ਜਿਹੜੇ ਰੱਖਣੇ ਕੀਤੇ, ਟੂਣਾ ਤਬੀਤ ਕਰਨ ਵਾਲਿਆਂ ਨੂੰ ਉਹਨੇ ਰੱਖਣਾ ਕੀਤਾ। ਉਹ ਲੰਬਾ ਪੈਂਦਾ ਸੀ ਤੇ ਨਾਲ ਇਰਦ ਗਿਰਦ ਉਹ ਫਿਰ ਦਰੂਦਾਂ ਪੜ੍ਹਦੇ ਸਨ, ਮੰਤਰਾਂ ਦਾ ਉਚਾਰ ਕਰਦੇ ਸੀ ਜਿਸ ਤਰ੍ਹਾਂ ਇਸਲਾਮੀ ਮਤ ਅਨੁਸਾਰ। ਫਿਰ ਵੀ ਪਿਆਰਿਓ ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ ਸੀ। ਕਈ ਵਾਰੀ ਸ਼ਹੀਦ ਸਿੰਘਾਂ ਨੇ ਉਹਨੂੰ ਚੱਕ ਚੱਕ ਕਰਕੇ ਧਰਤੀ ਤੇ ਵਗਾ ਵਗਾ ਕੇ ਮਾਰਨਾ ਕੀਤਾ। ਫਿਰ ਕਿਉਂਕਿ ਕੋਈ ਛੋਟਾ ਮੋਟਾ ਬੰਦਾ ਨਹੀਂ ਸੀ ਔਰੰਗਜ਼ੇਬ, ਉਸ ਵਕਤ ਦਾ ਉਹ ਬਾਦਸ਼ਾਹ ਸੀ, ਹਿੰਦੁਸਤਾਨ ਦਾ ਬਾਦਸ਼ਾਹ। ਉਹਦੇ ਕੋਲ ਤਾਂ ਬਹੁਤ ਵੱਡੇ ਵੱਡੇ ਤਾਂਤਰਿਕ ਮੰਤਰ ਜੰਤਰ ਕਰਨ ਵਾਲੇ ਸਨ। ਸਾਰਿਆਂ ਨੇ ਆਪਣਾ ਜ਼ੋਰ ਲਾਇਆ, ਸਾਰੇ ਥੱਕ ਗਏ। ਫਿਰ ਸਾਰਿਆਂ ਨੇ ਹੱਥ ਜੋੜ ਦਿੱਤੇ, ਕਿਹਾ ਰੰਗਿਆ ਪਾਪੀਆ ਤੈਨੂੰ ਅਸੀਂ ਨਹੀਂ ਬਚਾ ਸਕਦੇ ਆ, ਤੇਰੇ ਤੋਂ ਲੱਗਦਾ ਬਹੁਤ ਵੱਡਾ ਪਾਪ ਹੋਇਆ ਹੈ। ਅਸੀਂ ਵੀ ਮੰਤਰ ਜੰਤਰ ਕਰਦੇ, ਜੇ ਕੋਈ ਛੋਟਾ ਮੋਟਾ ਕੋਈ ਪ੍ਰੇਤ ਭੂਤ ਜੇ ਲੱਗ ਜਾਵੇ ਉਹ ਤੋਂ ਤਾਂ ਅਸੀਂ ਬਚਾ ਸਕਦੇ ਆ, ਲੇਕਿਨ ਦੇਵ ਆਤਮਾਵਾਂ ਜਿਨ੍ਹਾਂ ਦੇ ਪਿੱਛੇ ਲੱਗ ਜਾਂਦੀਆਂ, ਜਿਨ੍ਹਾਂ ਨੂੰ ਆਪਾਂ ਸ਼ਹੀਦ ਸਿੰਘ ਬੋਲਦੇ ਆ, ਜਿਨ੍ਹਾਂ ਨੂੰ ਦੇਵ ਆਤਮਾਵਾਂ ਸ਼ਹੀਦ ਸਿੰਘ ਜਿਨ੍ਹਾਂ ਦੇ ਮਗਰ ਲੱਗ ਜਾਂਦੇ, ਉਹਨਾਂ ਨੂੰ ਫਿਰ ਕੋਈ ਨਹੀਂ ਬਚਾ ਸਕਦਾ। ਇੰਨਾ ਪਿਆਰਿਓ ਉਹਨੇ ਯਤਨ ਕਰਨਾ ਕੀਤਾ, ਬੜਾ ਉਪਚਾਰ ਕਰਾਏ, ਤੂੰ ਦਿੱਲੀ ਦੇ ਵਿੱਚ ਰਵੇਗਾ ਤੂਨੇ ਮਰ ਜਾਣਾ, ਇਹਨਾਂ ਨੇ ਤੈਨੂੰ ਨਹੀਂ ਛੱਡਣਾ, ਤੈਨੂੰ ਖਤਮ ਹੀ ਕਰ ਦੇਣਾ। ਇੱਕੋ ਹੀ ਗੱਲ, ਜੇ ਤੂੰ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਤੂੰ ਤੁਰੰਤ ਦਿੱਲੀ ਦਾ ਤਿਆਗ ਕਰ ਦੇ, ਕਿਉਂਕਿ ਬਾਹਰੀ ਤੌਰ ਤੇ ਵੀ ਪਿਆਰਿਓ ਔਰੰਗਜ਼ੇਬ ਦੇ ਉੱਤੇ ਦਿੱਲੀ ਦੇ ਵਿੱਚ 3 ਵਾਰੀ ਕਾਤਲਾਨਾ ਹਮਲੇ ਸਿੱਖਾਂ ਨੇ ਕਰਨੇ ਕੀਤੇ, ਕਿਉਂਕਿ ਮਨ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਸੀ ਕਿ ਇਹ ਸਤਿਗੁਰੂ ਮਹਾਰਾਜ ਜੀ ਦਾ ਕਾਤਲ ਹੈ। ਬਾਹਰੀ ਤੌਰ ਤੇ ਵੀ ਬਹੁਤ ਜ਼ਿਆਦਾ ਵਿਦਰੋਹ ਹੋ ਗਿਆ ਤੇ ਅੰਦਰ ਖਾਤੇ ਸ਼ਹੀਦ ਸਿੰਘਾਂ ਨੇ ਜਦੋਂ ਉਹਦੇ ਸਿਰ ਦੇ ਉੱਤੇ ਚੜ ਕੇ ਬੋਲਣਾ ਕੀਤਾ, ਛਾਤੀ ਦੇ ਉੱਤੇ ਚੜ ਜਾਂਦੇ ਸਨ, ਉਹਦਾ ਗਲਾ ਦਬਾ ਦਿੰਦੇ ਸਨ, ਹਾਏ ਹਾਏ ਕਰਕੇ ਦੌੜਦਾ ਸੀ, ਭੱਜਦਾ ਸੀ। ਉਹ ਤੋਂ ਬਾਅਦ ਫਿਰ ਪਿਆਰਿਓ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ, ਔਰੰਗਜ਼ੇਬ ਨੇ ਫਿਰ ਦਿੱਲੀ ਦਾ ਤਿਆਗ ਕਰ ਦਿੱਤਾ। ਦਿੱਲੀ ਦਾ ਤਿਆਗ ਕਰਕੇ ਇਹ ਨਹੀਂ ਹੈ ਕਿ ਉਸ ਤੋਂ ਬਾਅਦ ਉਹਨੇ ਬਹੁਤ ਘੱਟ ਹੀ ਰਾਜ ਕੀਤਾ, ਤਕਰੀਬਨ ਪਿਆਰਿਓ 25 ਤੋਂ 30 ਸਾਲ ਤੱਕ ਉਹਨੇ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ, ਲੇਕਿਨ ਦਿੱਲੀ ਤਖਤ ਦੇ ਉੱਤੇ ਬੈਠ ਕੇ ਰਾਜ ਨਹੀਂ ਕੀਤਾ। ਫਿਰ ਪਿਆਰਿਓ ਇੱਥੇ ਦੱਖਣ ਦੇ ਵਿੱਚ ਆ ਗਿਆ। ਦੱਖਣ ਦੇ ਵਿੱਚ ਆ ਕਰਕੇ ਇੱਥੋਂ ਲਾਗੀ ਜਿਹੜਾ 250-300 ਕਿਲੋਮੀਟਰ ਦੀ ਵਿੱਥ ਦੇ ਉੱਤੇ ਜਿਹੜਾ ਨਗਰ ਵੱਜਦਾ ਹੈ ਔਰੰਗਾਬਾਦ ਕਰਕੇ, ਉੱਥੇ ਆ ਕਰਕੇ ਇਹ ਪਾਪੀ ਰਿਹਾ। ਬੇਸ਼ੱਕ ਨਾਮ ਨੂੰ ਦਿੱਲੀ ਦਾ ਤਖਤ ਸੀ, ਲੇਕਿਨ ਜਿਹੜੇ ਵੀ ਹੁਕਮਨਾਮੇ ਇਥੋਂ ਔਰੰਗਾਬਾਦ ਤੋਂ ਜਾਰੀ ਕਰਦਾ ਸੀ ਇਹ, ਕਿਉਂਕਿ ਇਹਨੂੰ ਡਰ ਸੀ ਮੈਂ ਦਿੱਲੀ ਦੇ ਵਿੱਚ ਜਾਵਾਂਗਾ ਤੇ ਸ਼ਹੀਦ ਸਿੰਘਾਂ ਨੇ ਮੈਨੂੰ ਨਹੀਂ ਛੱਡਣਾ। ਇੱਥੇ ਆ ਕਰਕੇ ਉਹਨੇ ਆਪਣੀ ਜਾਨ ਬਚਾਉਣੀ ਕੀਤੀ, ਆਪਣਾ ਰਹਿੰਦਾ ਜਨਮ ਜਿਹੜਾ ਹੈ, ਰਹਿੰਦਾ ਜੀਵਨ ਉਹਨੇ ਬਤੀਤ ਕਰਨਾ ਕੀਤਾ। ਫਿਰ ਇੱਥੋਂ ਹੀ ਪਿਆਰਿਓ ਜਿਸ ਤਰ੍ਹਾਂ ਕਿ ਅੱਜ ਆਪਾਂ ਸਮਝਣ ਦੇ ਵਾਸਤੇ ਕਿ ਪ੍ਰਧਾਨ ਮੰਤਰੀ ਹੋਵੇ, ਰਾਸ਼ਟਰਪਤੀ ਹੋਵੇ, ਉਹ ਫਿਰ ਕਿਉਂਕਿ ਦਿੱਲੀ ਜਿਹੜੀ ਹੈ ਸੈਂਟਰ ਹੈ,
ਉੱਥੇ ਛੱਡ ਕਰਕੇ ਕੋਈ ਦੂਜੇ ਸ਼ਹਿਰ ਦੇ ਵਿੱਚ ਆ ਕਰਕੇ ਰਹਿ ਪੈਣ, ਕਿਹੋ ਜੀ ਅਟਪਟੀ ਜੀ ਗੱਲ ਹੋ ਜਾਵੇਗੀ। ਇਸ ਤਰ੍ਹਾਂ ਦੀ ਅਟਪਟੀ ਜੀ ਗੱਲ ਜਿਹੜੀ ਹੈ ਹੋ ਚੁੱਕੀ ਸੀ ਔਰੰਗਜ਼ੇਬ ਦੇ ਨਾਲ। ਉਹ ਫਿਰ ਦਿੱਲੀ ਦਾ ਤਿਆਗ ਕਰਕੇ ਇੱਥੇ ਆਇਆ, ਇੱਥੋਂ ਹੀ ਇਹ ਆਪਣੇ ਸ਼ਾਹੀ ਹੁਕਮਨਾਮੇ ਜਾਰੀ ਕਰਦਾ ਸੀ। ਇਸ ਤਰ੍ਹਾਂ ਇਤਿਹਾਸ ਦੇ ਵਿੱਚ ਪਿਆਰਿਓ ਬਹੁਤ ਸਾਰੇ ਪ੍ਰਮਾਣ ਸਾਨੂੰ ਪ੍ਰਾਪਤ ਹੁੰਦੇ ਹਨ। ਜਿਹੜਾ ਵੀ ਅਧਰਮ ਦਾ ਕੰਮ ਕਰਦਾ ਹੈ, ਜਿਹੜਾ ਵੀ ਧਰਮ ਦੀ ਸਹੁੰ ਚੁੱਕ ਕਰਕੇ ਜਿਹੜੇ ਮੁਕਰ ਜਾਂਦੇ ਹਨ, ਆਪਣੇ ਨਿੱਜੀ ਫਾਇਦਿਆਂ ਦੇ ਵਾਸਤੇ ਕੋਈ ਚੀਜ਼ ਦੀ ਦੁਰਵਰਤੋਂ ਕਰਦੇ, ਫਿਰ ਸ਼ਹੀਦ ਸਿੰਘ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਹਨ। ਨਿਖਿੱਧ ਆਤਮਾਵਾਂ ਜਿਹੜੀਆਂ ਹਨ ਉਹਨਾਂ ਦੇ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੀ ਹੈ। ਇਸ ਕਰਕੇ ਜਿਹੜੇ ਬਜ਼ੁਰਗ ਉਹ ਦੱਸਿਆ ਕਰਦੇ ਹਨ ਕਿ ਭਾਈ ਕੋਈ ਗਲਤ ਕੰਮ ਹੋ ਜਾਵੇ, ਗੰਦੇ ਅੰਗ ਦੇ ਨਾਲ ਹੋ ਗਿਆ, ਜਾਂ ਬਹੁਤ ਆਕਰਸ਼ਿਤ ਕੱਪੜੇ ਆਦਿਕ ਇਹ ਲਾ ਕਰਕੇ ਅੱਧੀ ਰਾਤ ਨੂੰ ਨਹੀਂ ਵਿਚਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਕਈ ਨਿਖਿੱਧ ਆਤਮਾਵਾਂ ਉਹ ਆਕਰਸ਼ਿਤ ਹੁੰਦੀਆਂ ਹਨ। ਇਸ ਤਰ੍ਹਾਂ ਇਹ ਸਾਰੀਆਂ ਨਿਖਿੱਧ ਆਤਮਾਵਾਂ ਆਕਰਸ਼ਿਤ ਹੋ ਗਈਆਂ। ਉਹਨਾਂ ਸਾਰਿਆਂ ਨੇ ਆ ਕਰਕੇ ਇਹਦੇ ਧਰਤੀ ਦੇ, ਇਹਦੇ ਨਗਰ ਦੇ ਵਿੱਚ ਆ ਕਰਕੇ ਡੇਰਾ ਪਾ ਲਿਆ। ਸਨੇ ਸਨੇ ਨਰ ਦੀਏ ਉਜਾਰੂ, ਸਨੇ ਸਨੇ ਸਤਿਗੁਰੂ ਮਹਾਰਾਜ ਇਹ ਇੱਕ ਦੋ ਦਿਨ ਦੇ ਵਿੱਚ ਨਹੀਂ ਹੋਇਆ, ਇਹਦੇ ਵਿੱਚ ਸਮਾਂ ਲੱਗ ਗਿਆ। ਹੌਲੀ ਹੌਲੀ ਲੋਕ ਉਜੜਨ ਲੱਗੇ, ਉਹਨਾਂ ਦੇ ਉੱਤੇ ਬਿਪਤਾ ਆਉਣੀ ਸ਼ੁਰੂ ਹੋ ਗਈ ਹੈ। ਅਚਨਚੇਤ ਕੋਈ ਬਲਾ ਪੈ ਜਾਣੀ ਹੈ। ਜੇ ਬਿਮਾਰੀ ਲੱਗ ਗਈ ਤੇ ਇਹੋ ਜੀ ਨਾ ਇਲਾਜ ਬਿਮਾਰੀ ਨੇ ਲੱਗ ਜਾਣਾ। ਇਸ ਤਰ੍ਹਾਂ ਹੌਲੀ ਹੌਲੀ ਕਰਦੇ ਮਹਾਰਾਜ ਮੇਰਾ ਸਾਰਾ ਵਸਦਾ ਵਸਾਇਆ ਨਗਰ ਜਿਹੜਾ ਉਹ ਉਜੜ ਗਿਆ, ਉੱਥੇ ਜਿਹੜੀ ਆ ਬਰਬਾਦ ਹੋ ਗਈ। ਆਪ ਆਏ ਕਰ ਬਸੇ ਹਜ਼ਾਰਾਂ, ਆਪ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੇਤ ਆਤਮਾਵਾਂ ਨੇ ਆ ਕਰਕੇ ਵਸਣਾ ਕੀਤਾ ਤੇ ਲੋਕਾਂ ਨੂੰ ਉਹਨਾਂ ਨੇ ਉਜਾੜ ਦਿੱਤਾ ਉੱਥੋਂ। ਇਸੀ ਰੀਤ ਡੇਰਾ ਪਰ ਗਇਓ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਵਸਦਾ ਉੱਥੇ ਹੁਣ ਭੂਤਾਂ ਦਾ ਡੇਰਾ ਪੈ ਗਿਆ ਤੇ ਮਨੁੱਖਾਂ ਦੀ ਆਬਾਦੀ ਜਿਹੜੀ ਹੈ, ਮਨੁੱਖਾਂ ਨੇ ਆਪਣਾ ਡੇਰਾ ਜਿਹੜਾ ਉੱਥੋਂ ਚੁੱਕ ਕਰਕੇ ਦੂਜੀ ਥਾਂ ਤੇ ਉਹਨਾਂ ਨੇ ਵਸਣਾ ਕੀਤਾ। ਕਿਉਂਕਿ ਲੋਕ ਵੀ ਸਮਝਦਾਰ ਉਹ ਵੇਖ ਲੈਂਦੇ ਕਿ ਭਾਈ ਇਹ ਇਲਾਕਾ, ਇਹ ਜਿਹੜੀ ਧਰਤੀ ਹੈ ਲੱਗਦਾ ਸ਼ਰਾਪਿਤ ਹੈ, ਕੋਈ ਇੱਥੇ ਕੁਕਰਮ ਹੋਇਆ ਹੋਵੇਗਾ ਕਿ ਵਸ ਗਏ। ਲੱਖੋਂ ਪ੍ਰੇਤ ਬਾਸ ਕੋ ਕਯੋ, ਸਤਿਗੁਰੂ ਮਹਾਰਾਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ, ਮੈਂ ਆਪ ਜੀ ਨੂੰ ਦੱਸਦਾ ਹਾਂ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੇਤ ਆਤਮਾਵਾਂ ਵਸਦੀਆਂ ਹਨ। ਤਿੰਨ ਡਰਤੇ ਅਬ ਲੋਕ ਨਾ ਜਾਏ, ਹੁਣ ਉਹਨਾਂ ਤੋਂ, ਉਹਨਾਂ ਦੇ ਡਰ ਤੋਂ ਲੋਕਾਂ ਨੇ ਆਪਣੇ ਵੱਡੇ ਵੱਡੇ ਮਕਾਨ, ਜ਼ਮੀਨ ਜਾਇਦਾਦ ਨੂੰ ਛੱਡ ਕਰਕੇ ਜਿਹੜੇ ਚੱਲ ਗਏ। ਹੁਣ ਮੈਂ ਲੋਕਾਂ ਨੂੰ ਦੱਸਦਾ ਕਿ ਆਓ ਭਾਈ ਵਧੀਆ ਤੁਹਾਨੂੰ ਮਕਾਨ ਪਾ ਕੇ ਦਵਾਂਗਾ, ਤੁਹਾਨੂੰ ਮੈਂ ਜ਼ਮੀਨਾਂ ਦਵਾਂਗਾ। ਹੁਣ ਲੋਕੀ ਡਰਦੇ ਮਾਰੇ ਕੋਈ ਉੱਥੇ ਵਸਣਾ ਤਾਂ ਇੱਕ ਪਾਸੇ ਰਹਿ ਗਿਆ ਮਹਾਰਾਜ, ਦਿਨੇ ਉੱਥੇ ਕੋਈ ਨਹੀਂ ਵੜਦਾ, ਕੋਈ ਨਹੀਂ ਜਾਣਦਾ। ਮਹਾ ਪਾਪ ਕਰ ਸੋ ਫਲ ਪਾਏ, ਸਤਿਗੁਰੂ ਮਹਾਰਾਜ ਗਲਤੀ ਜਿਹੜੀ ਹੈ ਇਹ ਮੇਰੀ ਹੈ। ਮੈਂ ਆਪ ਜੀ ਨੂੰ ਦੱਸਦਾ, ਮੈਂ ਇਹ ਮੰਨਦਾ ਹਾਂ ਕਿ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋਇਆ, ਬਹੁਤ ਵੱਡਾ ਪਾਪ ਹੋਇਆ, ਜਿਹਦਾ ਫਲ ਮੈਨੂੰ ਇਹ ਪ੍ਰਾਪਤ ਹੋਇਆ ਹੈ। ਨਹੀਂ ਜਤਨ ਕੋ ਬਿਨਾ ਤੁਮਾਰੇ, ਹੁਣ ਸਤਿਗੁਰੂ ਮਹਾਰਾਜ ਆਪ ਜੀ ਦੇ ਜਤਨ ਤੋਂ ਬਗੈਰ ਪਾਵਨ ਥਾਨ ਬਨੈ ਭਗਤਾਰੇ, ਸਤਿਗੁਰੂ ਮਹਾਰਾਜ ਜਦੋਂ ਆਪ ਜੀ ਨੇ ਯਤਨ ਕੀਤਾ, ਜੇ ਆਪ ਜੀ ਆਪਣੇ ਮੁਬਾਰਕ ਚਰਨ ਉੱਥੇ ਟਿਕਾਓਗੇ ਤਾਂ ਸਤਿਗੁਰੂ ਮਹਾਰਾਜ ਉਹ ਕਲਰੀ ਧਰਤੀ, ਉਹ ਸ਼ਰਾਪਤ ਧਰਤੀ ਜਿਹੜੀ ਹੈ ਉਹ ਆਬਾਦ ਹੋ ਸਕਦੀ ਹੈ। ਨਹੀਂ ਤਾਂ ਆਪ ਜੀ ਤੋਂ ਬਗੈਰ ਮਹਾਰਾਜ ਉਹ ਨਗਰ ਕੋਈ ਨਹੀਂ ਵਸਾ ਸਕਦਾ। ਸ੍ਰੀ ਅੰਗਦ ਤਬ ਹਿਰਦੇ ਵਿਚਾਰੀ, ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕਰਨੀ ਕੀਤੀ। ਹਮਰੇ ਪੁੱਤਰ ਗਰਭ ਉਰ ਭਾਰੀ, ਸਤਿਗੁਰੂ ਮਹਾਰਾਜ ਸੋਚਦੇ ਹਨ ਕਿ ਭਾਈ ਸਾਡੇ ਜਿਹੜੇ ਬੱਚੇ, ਇਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਅਹੰਕਾਰ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਭਾਈ ਅਸੀਂ ਗੁਰੂ ਪੁੱਤਰ ਹਾਂ, ਸਾਡੇ ਪਿਤਾ ਸਤਿਗੁਰੂ ਜੀ ਹਨ ਤੇ ਅਸੀਂ ਗੁਰੂ ਪੁੱਤਰ ਹਾਂ। ਇਹ ਇਹਨਾਂ ਨੂੰ ਅਹੰਕਾਰ ਬੜਾ ਖਾ ਰਿਹਾ ਹੈ, ਸਤਾ ਰਿਹਾ ਹੈ। ਕਹਿਓ ਬਾਕ ਸੋ ਮੰਨਹਿ ਨਾ, ਕਈ ਵਾਰੀ ਸਤਿਗੁਰੂ ਮਹਾਰਾਜ ਉਹਨਾਂ ਦੇ ਤਾਂ ਹੀ ਬਚਨ ਕਰਦੇ ਕਿ ਬੇਟਾ ਜੀ ਆਹ ਸੇਵਾ ਕਰਨਾ ਕਰੋ, ਆਹ ਕੰਮ ਕਰਨਾ ਕਰੋ, ਕਿਉਂਕਿ ਜਿਨ੍ਹਾਂ ਨੂੰ ਪਿਆਰਿਓ ਅਹੰਕਾਰ ਚੜ ਜਾਵੇ ਤੇ ਫਿਰ ਮਾਇਆ ਧਾਰੀ ਅਤ ਅੰਨਾ ਬੋਲਾ, ਉਹ ਅੰਨਾ ਵੀ ਹੋ ਜਾਂਦਾ ਤੇ ਨਾਲ ਬੋਲਾ ਵੀ ਹੋ ਜਾਂਦਾ।
ਤੇ ਇਹਨਾਂ ਨੂੰ ਬੜਾ ਮਹਾਰਾਜ ਜੀ ਸਮਝਾਉਂਦੇ ਕਹਿੰਦੇ, ਲੇਕਿਨ ਮਹਾਰਾਜ ਜੀ ਦੇ ਵੀ ਇਹ ਆਖੇ ਨਹੀਂ ਲੱਗਦੇ ਸਨ। ਚਾਹਤ ਗੁਰਤਾ ਹੋਏ ਹਮ ਪਾਈ, ਕਿਉਂਕਿ ਇਹਨਾਂ ਨੂੰ ਇਹੀ ਹੈ, ਮਨ ਦੇ ਵਿੱਚ ਇਹੀ ਲੱਗਦਾ ਸੀ ਕਿ ਕੀ ਹੈ ਭਾਈ, ਅੱਜ ਨਹੀਂ ਤਾਂ ਕੱਲ ਗੁਰਤਾ ਗੱਦੀ ਤਾਂ ਸਾਨੂੰ ਹੀ ਪ੍ਰਾਪਤ ਹੋਵੇਗੀ। ਤੇ ਜੋ ਵੀ ਪਿਆਰਿਓ ਇਹ ਜੱਦੀ ਪੁਸ਼ਤੀ ਕੰਮ ਜਿਹੜਾ ਹੁੰਦਾ ਨਾ ਪਰਿਵਾਰਵਾਦ ਦਾ, ਇਹਦੇ ਵਿੱਚ ਇਹ ਬਹੁਤ ਜ਼ਿਆਦਾ ਫਿਰ ਖਤਰਾ ਹੁੰਦਾ ਹੈ। ਕਿਉਂਕਿ ਕੋਈ ਚੀਜ਼ ਕਿਸੇ ਪਰਿਵਾਰ ਦੇ ਵਿੱਚ ਆ ਜਾਵੇ ਕਿ ਭਾਈ ਇਹ ਪਰਿਵਾਰ ਦੇ ਵਿੱਚ ਹੀ ਆ ਚੀਜ਼ ਰਵੇਗੀ, ਇਹਨਾਂ ਤੋਂ ਬਾਅਦ ਅੱਜ ਪਿਓ ਰਾਜ ਕਰ ਰਿਹਾ, ਪਿਓ ਤੋਂ ਬਾਅਦ ਪੁੱਤਰ ਨੇ ਰਾਜ ਕਰਨਾ। ਫਿਰ ਪਿਆਰਿਓ ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਅਹੰਕਾਰ ਚੜ ਜਾਂਦਾ। ਉਹਨਾਂ ਨੂੰ ਲੱਗਦਾ ਕੋਈ ਗੱਲ ਨਹੀਂ ਹੈ ਭਾਈ, ਅੱਜ ਨਹੀਂ ਤਾਂ ਕੱਲ ਇਹ ਜ਼ਮੀਨ ਜਾਇਦਾਦ ਦਾ ਮਾਲਕ ਆ, ਇਹਦੇ ਉੱਤੇ ਤਾਂ ਮੇਰਾ ਹੀ ਦਾਵਾ ਹੈ, ਮੇਰਾ ਹੀ ਹੱਕ ਹੈ। ਤੇ ਫਿਰ ਕਈ ਵਾਰੀ ਆਪਾਂ ਵੇਖਦੇ ਹਾਂ ਇਸ ਤਰ੍ਹਾਂ ਦੀ ਜਿਹੜੀ ਪਰਪਾਟੀ ਚੱਲਦੀ ਹੈ, ਫਿਰ ਉਹਨਾਂ ਦੇ ਬੱਚੇ ਵੀ ਪਿਆਰਿਓ ਚੰਗੀ ਮਿਹਨਤ ਨਹੀਂ ਕਰਦੇ ਹਨ। ਉਹ ਪਹਿਲਾਂ ਹੀ ਬੜੇ ਫਿਰ ਸ਼ੈਤਾਨੀਆਂ ਕਰਦੇ ਹਨ ਤੇ ਫਿਰ ਬਾਅਦ ਦੇ ਵਿੱਚ ਉਹ ਸਾਰਾ ਮਾਹੌਲ ਉਹ ਖਰਾਬ ਕਰ ਦਿੰਦੇ। ਹਾਂ, ਜਦੋਂ ਪਤਾ ਹੁੰਦਾ ਕਿ ਭਾਈ ਕਿ ਇੱਥੇ ਗੁਣਵੱਤਾ ਵੇਖੀ ਜਾਵੇਗੀ, ਜਿਹਦੇ ਅੰਦਰ ਸਭ ਤੋਂ ਜ਼ਿਆਦਾ ਗੁਣ ਹਨ ਉਹੀ ਇਹ ਚੀਜ਼ ਦਾ ਹੱਕਦਾਰ ਹੋਵੇਗਾ, ਉਹ ਚੀਜ਼ ਉਹਨੂੰ ਪ੍ਰਾਪਤੀ ਹੋਵੇਗੀ, ਤਾਂ ਫਿਰ ਬੱਚੇ ਮਿਹਨਤ ਕਰਦੇ ਹਨ, ਮਸ਼ੱਕਤ ਕਰਦੇ ਹਨ। ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਆਪਾਂ ਜੇ ਮਿਹਨਤ ਕੀਤੀ ਹੈ, ਮਸ਼ੱਕਤ ਕੀਤੀ, ਤਾਂ ਫਿਰ ਇਹ ਥਾਂ ਸਾਨੂੰ ਪ੍ਰਾਪਤ ਹੋ ਸਕਦੀ ਹੈ। ਜਿਹੜਾ ਵੀ ਪਿਆਰਿਓ ਮਿਹਨਤ ਮਸ਼ੱਕਤ ਦੇ ਨਾਲ ਅੱਗੇ ਵੱਧਦਾ ਤੇ ਉਹ ਫਿਰ ਤਰੱਕੀਆਂ ਨੂੰ, ਬੁਲੰਦੀਆਂ ਨੂੰ ਉਹ ਪ੍ਰਾਪਤ ਕਰਦਾ ਹੈ। ਉਹਦੇ ਮਨ ਦੇ ਵਿੱਚ ਅਹੰਕਾਰ ਨਹੀਂ ਹੁੰਦਾ। ਜਿਨ੍ਹਾਂ ਨੂੰ ਬਣੀ ਬਣਾਈ ਜੀ ਥਾਲੀ ਪ੍ਰਾਪਤ ਹੋ ਜਾਵੇ, ਜਿਨ੍ਹਾਂ ਨੂੰ ਪਤਾ ਹੁੰਦਾ ਕਿ ਭਾਈ ਪਿਓ ਨੇ ਰਾਜ ਕੀਤਾ, ਬਾਅਦ ਵਿੱਚ ਇਹ ਰਾਜ ਮੇਰੇ ਕੋਲ ਹੀ ਆਵੇਗਾ, ਉਹ ਬੱਚੇ ਜ਼ਿਆਦਾ ਤਰੱਕੀ ਨਹੀਂ ਕਰ ਸਕਦੇ ਹਨ। ਤੇ ਨਾਲ ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਅਭਿਮਾਨ, ਅਹੰਕਾਰ ਆ ਜਾਂਦਾ। ਇਸ ਤਰ੍ਹਾਂ ਹੀ ਗੁਰੂ ਪੁੱਤਰਾਂ ਦੇ ਮਨ ਵਿੱਚ ਵੀ ਸੀ ਕਿ ਸਾਨੂੰ ਸੇਵਾ ਕਰਨ ਦੀ ਕੀ ਲੋੜ ਹੈ, ਸਾਨੂੰ ਬਹੁਤ ਜ਼ਿਆਦਾ ਮਾਨ ਅਹੰਕਾਰ ਸੀ। ਇਹੋ ਸੇਵਕ ਕੀ ਵਸਤੂ ਹੈ। ਨਾਲ ਮਹਾਰਾਜ ਜੀ ਨੇ ਵਿਚਾਰ ਕਰਨਾ ਕੀਤਾ ਕਿ ਭਾਈ ਇਹ ਜਿਹੜੀ ਵਸਤੂ ਜਿਹੜੀ ਹੈ ਇਹ ਤਾਂ ਸੇਵਕ ਦੀ ਵਸਤੂ ਹੈ। ਭਾਵ ਕਿ ਜਿਹੜਾ ਸਮਰਪਿਤ ਭਾਵ ਦੇ ਨਾਲ ਸੇਵਾ ਕਰਦਾ ਹੈ, ਉੱਚਾ ਸੁੱਚਾ ਜਿਹਦਾ ਜੀਵਨ ਹੋਵੇਗਾ, ਉਹੀ ਇਸ ਪਦ ਦਾ ਲਾਇਕ ਹੈ, ਉਹੀ ਇਸ ਪਦ ਦਾ ਅਧਿਕਾਰੀ ਹੈ। ਰਹੇ ਅਨੁਸਾਰ ਸੇਵ ਕਰ ਲਹੈ, ਤੇ ਜਿਹੜਾ ਵੀ ਅਨੁਸਾਰੀ ਬਣ ਕਰਕੇ ਗੁਰੂ ਘਰ ਦੀ ਸੇਵਾ ਕਰੇਗਾ ਤੇ ਉਹਨੂੰ ਹੀ ਇਹ ਮੁਰਾਦਬਾ ਪ੍ਰਾਪਤ ਹੋ ਸਕਦਾ। ਸ੍ਰੀ ਅਮਰ ਸੋ ਈਰਖਾ ਠਾਨੈ। ਸਤਿਗੁਰੂ ਮਹਾਰਾਜ ਜੀ ਸੋਚਦੇ ਹਨ ਕਿ ਜੇ ਭਾਈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਆਪਾਂ ਨੇ ਗੁਰਤਾ, ਕਿਉਂਕਿ ਗੁਰਤਾ ਗੱਦੀ ਦੇ ਉਹ ਅਧਿਕਾਰੀ ਹਨ, ਉਹਨਾਂ ਦੇ ਅੰਦਰ ਲਿਆਕਤ ਹੈ, ਤੇ ਜੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਇਹਨਾਂ ਨੇ ਵੀ ਨਾਲ ਹੀ ਰਹਿਣਾ। ਇਹਨਾਂ ਨੇ ਖਾਮ-ਖਾਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਈਰਖਾ ਕਰਨੀ। ਆਪਣੇ ਮਹਿਕਸ਼ ਦੋਸ਼ ਨਾ ਜਾਣੇ। ਇਹਨਾਂ ਨੂੰ ਇਹ ਨਹੀਂ ਲੱਗੇਗਾ ਕਿ ਭਾਈ ਮੇਰੇ ਵਿੱਚ, ਸਾਡੇ ਵਿੱਚ ਵੀ ਕੋਈ ਦੋਸ਼ ਸੀ, ਕੋਈ ਕਮਤਰਤਾ ਸੀ। ਇਹਨਾਂ ਨੂੰ ਇਹ ਹੀ ਲੱਗੇਗਾ ਕਿ ਭਾਈ ਅਸੀਂ ਤਾਂ, ਮੇਰੇ ਅੰਦਰ ਕਾਹਦਾ ਦੋਸ਼ ਹੈ। ਤੇ ਐਵੇਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ। ਅਪਰ ਸਿੱਖ ਵੀ ਚਾਹਤ ਕੀ। ਫਿਰ ਔਰ ਜਿਹੜੇ ਸਿੱਖ, ਕਿਉਂਕਿ ਹਰ ਤਰ੍ਹਾਂ ਦੇ ਲੋਕ, ਦਾਸ ਨੇ ਪਹਿਲਾਂ ਵੀ ਕਿਹਾ ਸੀ, ਗੁਰੂ ਘਰਾਂ ਦੇ ਵਿੱਚ ਵੀ ਪਿਆਰਿਓ ਹਰ ਬਿਰਤੀ ਦੇ ਲੋਕ ਹੁੰਦੇ ਹਨ। ਸਾਰੇ ਚੰਗੀ ਬਿਰਤੀ ਦੇ ਨਹੀਂ ਹੁੰਦੇ, ਜਾਂ ਸਾਰੇ ਮਾੜੀ ਬਿਰਤੀ ਦੇ ਵੀ ਨਹੀਂ ਹੁੰਦੇ ਹਨ। ਕੁਝ ਚੰਗੀ ਬਿਰਤੀ ਦੇ ਮਾਲਕ ਹੁੰਦੇ, ਕਈਆਂ ਦੀ ਬਿਰਤੀ ਬੜੀ ਮਾੜੀ ਹੁੰਦੀ ਹੈ। ਰਹਿੰਦੇ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਵੀ ਰਹਿ ਗੁਰੂ ਘਰ ਦੇ ਬਰਖਲਾਫ ਜਾਣਾ। ਸਤਿਗੁਰੂ ਮਹਾਰਾਜ ਉਹੀ ਸੋਚ ਰਹੇ ਹਨ, ਮਨ ਹੀ ਮਨ ਵਿਚਾਰ ਕਰ ਰਹੇ। ਕਈ ਇਹੋ ਜਿਹੇ ਸਿੱਖ ਵੀ ਹਨ ਫਿਰ ਜਿਨ੍ਹਾਂ ਨੇ ਕਹਿ ਦੇਣਾ ਸਤਿਗੁਰੂ ਮਹਾਰਾਜ ਗੁਰਤਾ ਗੱਦੀ ਦੇ ਦਾਅਵੇਦਾਰ ਤਾਂ ਆਪ ਜੀ ਦੇ ਪੁੱਤਰ ਹਨ, ਕਿਉਂਕਿ ਇਹ ਉਹਨਾਂ ਦੇ ਚੇਲੇ, ਉਹਨਾਂ ਦੇ ਬਾਲਕੇ। ਤੇ ਪਤਾ ਹੁੰਦਾ ਕਿ ਭਾਈ ਜੇ ਮੇਰਾ ਗੁਰੂ ਗੁਰੂ ਬਣ ਗਿਆ, ਜਿਨ੍ਹਾਂ ਦਾ ਮੈਂ ਨੌਕਰ ਹਾਂ, ਉਹ ਜੇ ਗੁਰੂ ਬਣ ਜਾਵੇ ਤੇ ਮੈਂ ਫਿਰ ਗੁਰੂ ਦਾ ਨੌਕਰ ਬਣ ਗਿਆ, ਭਾਵ ਕਿ ਮੈਂ ਮਾਲਾ ਮਾਲ ਹੋ ਜਾਵਾਂਗਾ। ਇਸ ਤਰ੍ਹਾਂ ਹਰ ਕਿਸੇ ਨੇ ਆਪਣਾ ਅਰਥ ਸਿੱਧ ਕਰਨਾ। ਦਾਸੂ ਕੇ ਪੱਖੀ ਹੈ ਜੀ। ਜਿਹੜੇ ਬਾਬੇ ਦਾਸੂ ਦੇ ਪੱਖੀ ਹਨ, ਉਹਨਾਂ ਨੇ ਤਾਂ ਇਹ ਗੱਲ ਤਾਂ ਚੁੱਕਣੀ ਹੈ, ਉਹਨਾਂ ਨੇ ਤਾਂ ਫਿਰ ਕੰਨ ਭਰਨੇ ਹੀ ਹਨ। ਕਿਉਂਕਿ ਪਿਆਰਿਓ ਸਭ ਤੋਂ ਜ਼ਿਆਦਾ ਨੁਕਸਾਨ ਇਹ ਕੰਨ ਭਰਨ ਵਾਲੇ, ਚੱਕਣ ਚਕਾਉਣ ਵਾਲੇ ਲੋਕ ਇਹ ਕੰਮ ਆਪਣਾ ਕਰ ਜਾਂਦੇ ਹਨ।
ਕਈ ਵਾਰੀ ਕਈ ਬੰਦੇ ਸ਼ਾਂਤ ਵੀ ਹੁੰਦੇ ਤਾਂ ਵੀ ਉਹਨਾਂ ਦੇ ਕੰਨ ਭਰ ਕੇ ਆਪਣਾ ਅਰਥ ਸਿੱਧ ਕਰ ਦੇਣਾ। ਇਹ ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰ ਰਹੇ ਕਿ ਜੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਤੇ ਠੀਕ ਹੈ, ਮੰਨ ਲਿਆ ਜਾਵੇ ਜੇ ਬਾਬਾ ਦਾਸੂ ਜਿਹੜਾ ਹੈ ਉਹ ਤਾਂ ਦਾਵਾ ਰੱਖਦਾ, ਉਹ ਜੇ ਸ਼ਾਂਤ ਵੀ ਹੋ ਜਾਵੇਗਾ ਲੇਕਿਨ ਨਾਲਦਿਆਂ ਨੇ ਉਹਨੂੰ ਚੁੱਪ ਨਹੀਂ ਬੈਠਣ ਦੇਣਾ। ਉਹਦੇ ਕੰਨ ਭਰ ਕੇ ਉਹਨੂੰ ਉਂਗਲ ਲਾ ਕਰਕੇ ਕਿ ਬਾਬਾ ਹੱਕ ਤੇਰਾ ਬਣਦਾ ਹੈ, ਤੂੰ ਗੁਰਤਾ ਗੱਦੀ ਦਾ ਮਾਲਕ ਹੈ। ਆ ਬਜ਼ੁਰਗ ਬਾਬਾ ਕਿੱਥੋਂ ਆਇਆ, ਉਹਨੇ ਆ ਕਰਕੇ ਮਾਲਕ ਬਣ ਗਿਆ, ਤੁਹਾਡਾ ਇਹ ਸਭ ਕੁਝ ਲੈ ਕੇ ਚੱਲ ਗਿਆ। ਇਸ ਤਰ੍ਹਾਂ ਉਹਨਾਂ ਨੇ ਕੰਨ ਭਰ ਕਰਕੇ ਇੱਥੇ ਗੁਰੂ ਘਰ ਦੇ ਵਿੱਚ ਮਾਹੌਲ ਖਰਾਬ ਕਰਨਾ। ਇਸ ਕਰਕੇ ਹੁਣ ਸਾਰਿਆਂ ਦੇ ਵਿੱਚ ਪਰਖ ਦਿਖਾਵੈ ਉਚਿਤ ਸੋ ਨਾਹੀ। ਹੁਣ ਸਾਰਿਆਂ ਦੇ ਵਿੱਚ ਪਰਖ ਕਰਕੇ ਦਿਖਾਉਣਾ ਕਿ ਭਾਈ ਤੁਸੀਂ ਗਲਤ ਹੋ ਜਾਂ ਇਹ ਬੰਦਾ ਸੱਚ ਹੈ, ਇਹ ਠੀਕ ਨਹੀਂ ਹੈ, ਇਹ ਅਨਉਚਿਤ ਹੈ। ਜੇ ਇਸ ਤਰ੍ਹਾਂ ਅਸੀਂ ਕਰਾਂਗੇ ਤਾਂ ਇਹਨਾਂ ਨੇ ਹੁਣੇ ਲੜ ਪੈਣਾ, ਹੁਣੇ ਇਹਨਾਂ ਨੇ ਕਹਿਣਾ ਸਤਿਗੁਰੂ ਮਹਾਰਾਜ ਮੇਰਾ ਦਾਵਾ ਪ੍ਰਬਲ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਵਿਅਰਥ ਦੇ ਵਿੱਚ ਝਗੜਾ ਹੋ ਜਾਵੇਗਾ। ਇਸ ਤਰ੍ਹਾਂ ਇਹ ਵਿਚਾਰ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਵੱਡੇ ਪੁੱਤਰ ਸੋ ਬਾਕ ਬਖਾਨਾ, ਸਤਿਗੁਰੂ ਮਹਾਰਾਜ ਜੀ ਨੇ ਵੱਡੇ ਪੁੱਤਰ ਆਪਣੇ ਉਹਨਾਂ ਦੇ ਤਾਈਂ ਕੀਆ। ਦਾਸੂ ਇਸਕੇ ਸੰਗ ਸੁਜਾਵ, ਸਤਿਗੁਰੂ ਜੀ ਕਹਿਣ ਲੱਗੇ ਕਿ ਦਾਸੂ ਇਹਨਾਂ ਦੇ ਨਾਲ ਆ ਗੋਂਦਾ ਖੱਤਰੀ ਆਇਆ, ਭਾਈ ਇਹਨਾਂ ਦੇ ਨਾਲ ਤੂੰ ਜਾਵੀਂ। ਪ੍ਰੇਤ ਬਿਡਾਰ ਸੋ ਗ੍ਰਾਮ ਬਸਾ, ਜਾ ਕਰਕੇ ਉੱਥੇ ਚੰਗੀ ਤਰ੍ਹਾਂ ਵਸਾ ਕੇ ਆਵੀਂ। ਸੁਣ ਕੇ ਕਹਿਤ ਪਇਓ ਨਹਿ ਜਾਉ, ਸੁਣ ਕਰਕੇ ਪਿਆਰਿਓ ਫਿਰ ਉਹਨੇ ਤੁਰੰਤ, ਮਹਾਰਾਜ ਜੀ ਦਾ ਬਚਨ ਇੱਥੇ ਸਮਾਪਤ ਨਹੀਂ ਹੋਇਆ, ਉਹ ਤੋਂ ਪਹਿਲਾਂ ਹੀ ਉਹਨੇ ਜਵਾਬ ਦੇ ਦਿੱਤਾ। ਬਾਬਾ ਦਾਸੂ ਕਹਿੰਦਾ ਸਤਿਗੁਰੂ ਮਹਾਰਾਜ ਮੈਨੇ ਨਹੀਂ ਜਾਣਾ ਉੱਥੇ, ਭੂਤ ਪ੍ਰੇਤ ਮਹਿ ਕੁਤੋ ਬਸਾਵਾਂ। ਆਪ ਜੀ ਕਹਿੰਦੇ ਉੱਥੇ ਜਾ ਕਰਕੇ ਨਗਰ ਵਸਾਵਾਂ। ਮਹਾਰਾਜ ਉੱਥੇ ਸੁਣਿਆ ਨਹੀਂ, ਇਹ ਆਪ ਗੋਂਦਾ ਕਹਿੰਦਾ, ਆਪ ਜ਼ਮੀਨ ਦਾ ਮਾਲਕ ਕਹਿੰਦਾ ਮਹਾਰਾਜ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਇਹ ਨਿਖਿੱਧ ਆਤਮਾਵਾਂ ਭੂਤ ਪ੍ਰੇਤ ਆਦਿਕ ਰਹਿੰਦੇ ਹਨ। ਹੁਣ ਉਹਨਾਂ ਦੇ ਵਿਚਕਾਰ ਜਾ ਕਰਕੇ ਮੈਂ ਕਿੱਥੇ ਨਗਰ ਵਸਾਵਾਂ, ਕਿੱਥੇ ਘਰ ਬਣਾਵਾਂ। ਹਮਰੋ ਗ੍ਰਾਮ ਖਡੂਰ ਰਹਿਣ ਕੋ, ਤੁਹਾਨੂੰ ਪਤਾ ਨਹੀਂ ਹੈ ਸਾਡਾ ਤਾਂ ਸਤਿਗੁਰੂ ਮਹਾਰਾਜ ਨਗਰ ਜਿਹੜਾ ਜੱਦੀ ਪੁਸ਼ਤੀ ਨਗਰ ਆਪਣਾ ਖਡੂਰ ਹੀ ਹੈ, ਖਡੂਰ ਦੇ ਵਿੱਚ ਹੀ ਆਪਾਂ ਨੇ ਰਹਿਣਾ ਹੈ, ਆਪਾਂ ਨੇ ਉੱਥੇ ਜਾ ਕਰਕੇ ਕੀ ਕਰਨਾ। ਕਿਸ ਕੋ ਤਿਆਗਤ ਜਾਉ ਤਹਿਨਾ ਕੋ, ਤੇ ਜੋ ਮਰਜੀ ਆਪ ਜੀ ਦੱਸ ਦਿਓ ਸਤਿਗੁਰੂ ਮਹਾਰਾਜ ਮੈਂ ਖਡੂਰ ਦਾ ਤਿਆਗ ਕਰਕੇ ਗੋਂਦੇ ਖੱਤਰੀ ਦੇ ਨਾਲ ਮੈਨੇ ਨਹੀਂ ਜਾਣਾ ਹੈ। ਐਸੇ ਥਾਨ ਪਠਾਵਨ ਲਾਗੇ, ਕਮਾਲ ਹੋ ਗਈ ਮਹਾਰਾਜ, ਆਪ ਜੀ ਪਿਤਾ ਰਹਿ ਕਰਕੇ ਆਪਣੇ ਬੱਚਿਆਂ ਨੂੰ ਮਰਵਾਉਣਾ ਚਾਹੁੰਦੇ ਹੋ, ਇਹੋ ਜੀ ਥਾਂ ਤੇ ਮੈਨੂੰ ਭੇਜਣਾ ਚਾਹੁੰਦੇ ਹੋ। ਜਹ ਕੋ ਬਸਹਿ ਨਾ ਸਭੂ ਤਿਆਗੇ, ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨਣਾ ਤਾਂ ਪਿਆਰਿਓ ਇੱਕ ਪਾਸੇ ਰਹਿ ਗਿਆ, ਤੇ ਸਗੋਂ ਬਾਬੇ ਦਾਸੂ ਨੇ ਮਹਾਰਾਜ ਜੀ ਦੇ ਉੱਤੇ ਹੀ ਉਹਨੇ ਵਿਅੰਗ ਕੱਸ ਦਿੱਤਾ ਕਿ ਆ ਕੇ ਪਿਤਾ ਜੀ ਮਰਵਾਉਣਾ ਚਾਹੁੰਦੇ ਹੋ, ਬੱਚੇ ਦੇ ਨਾਲ ਪ੍ਰੇਮ ਨਹੀਂ ਕਰਦੇ, ਉੱਥੇ ਜਾ ਕਰਕੇ ਮੈਨੂੰ ਕਸੂਤਾ ਫਸਾਉਣਾ ਚਾਹੁੰਦੇ ਹੋ। ਇਹ ਉਹ ਨਗਰ ਹੈ ਜਿੱਥੋਂ ਦੇ ਲੋਕ ਜਿਹੜੇ ਕਈ ਚਿਰਾਂ ਤੋਂ ਵਸਦੇ ਸੀ ਉਹ ਦੌੜ ਗਏ, ਉਹ ਭੱਜ ਗਏ, ਉਹ ਵਸ ਨਹੀਂ ਸਕੇ, ਮੈਨੂੰ ਮਰਵਾਉਣ ਵਾਸਤੇ ਉੱਥੇ ਭੇਜ ਰਹੇ ਹੋ, ਮੈਨੂੰ ਕਹਿੰਦੇ ਕਿ ਉੱਥੇ ਜਾ ਕਰਕੇ ਨਗਰ ਵਸਾਓ। ਵਾਹ ਮਹਾਰਾਜ, ਬੜੀ ਇਹ ਕਮਾਲ ਦੀ ਗੱਲ ਕੀਤੀ ਆਪਨੇ। ਮੂੰਹ ਤੇ ਤਾਂ ਨਾ ਜਾਇਓ, ਅਖੀਰ ਨੂੰ ਬਾਬੇ ਦਾਸੂ ਨੇ ਕਹਿ ਦਿੱਤਾ ਜੋ ਮਰਜੀ ਆਪ ਜੀ ਕਰ ਲਿਓ ਮਹਾਰਾਜ, ਮੇਰੇ ਤੋਂ ਉੱਥੇ ਨਹੀਂ ਜਾਇਆ ਜਾਂਦਾ। ਥਾਨ ਸਖਤ ਸੋ ਬਸਹਿ ਨਾ ਕਾਏ, ਉਹ ਜਿਹੜੀ ਸ਼ਕਤੀ ਦੇ ਨਾਲ ਕੋਈ ਥਾਂ ਜਿਹੜੀ ਹੈ ਥੋੜੀ ਬਸ ਸਕਦੀ ਹੈ। ਮੈਂ ਚਲੋ ਲੈ ਕੇ ਜਾਵਾਂ 10-15 ਬੰਦੇ ਜਾਂ 1000-2000 ਬੰਦੇ ਸ਼ਸਤਰਾਂ ਨੂੰ ਲੈ ਕਰਕੇ, ਲੇਕਿਨ ਉੱਥੇ ਸਾਹਮਣਾ ਭੂਤਾਂ ਦੇ ਨਾਲ ਹੈ, ਨਿਖਿੱਧ ਆਤਮਾਵਾਂ ਦੇ ਨਾਲ, ਅਦ੍ਰਿਸ਼ ਸ਼ਕਤੀਆਂ ਦੇ ਨਾਲ ਹੈ। ਚਲੋ ਕੋਈ ਬੰਦਾ ਹੋਵੇ ਉੱਥੇ, ਕੋਈ ਰਾਜ ਹੋਵੇ ਤੇ ਉਹਨਾਂ ਦੇ ਕੋਲ 1000 ਬੰਦਾ ਤੇ ਮੈਂ 2000 ਬੰਦੇ ਲੈ ਕੇ ਜਾਵਾਂ, ਉਹਨਾਂ ਨੂੰ ਭਜਾ ਦੇਵਾਂ, ਲੇਕਿਨ ਮਹਾਰਾਜ ਉਹ ਤਾਂ ਨਜ਼ਰ ਨਹੀਂ ਆਉਂਦੇ ਉਹਨਾਂ ਦੇ ਨਾਲ। ਤੁਸੀਂ ਕਹਿੰਦੇ ਜੀ ਉਹਨਾਂ ਦੇ ਨਾਲ ਲੜ ਕੇ ਉਹਨਾਂ ਨੂੰ ਭਜਾਓ, ਇਹ ਮਹਾਰਾਜ ਮੇਰੇ ਤੋਂ ਕੰਮ ਨਹੀਂ ਹੋ ਸਕਦਾ। ਮਹਾਬਲੀ ਤਹ ਦੇਵ ਸੁਨੇ, ਸੁਣਿਆ ਮਹਾਰਾਜ ਉੱਥੇ ਬਹੁਤ ਵੱਡੇ ਵੱਡੇ ਮਹਾਬਲੀ ਦੇਵ ਜਿਨ ਵਸਦੇ ਹਨ, ਕਿਸਹੂ ਪਾਸ ਨਾ ਜਾਹੇ ਗਨੇ, ਉਹਨਾਂ ਦੀ ਸ਼ਕਤੀ ਤਾਂ ਕੀ ਗਿਣਤੀ ਕਰਨੀ ਆ, ਉਹਨਾਂ ਦੀ ਗਿਣਤੀ ਹਾਲੇ ਤੱਕ ਲੋਕਾਂ ਨੇ ਨਹੀਂ ਕਰਨੀ ਕੀਤੀ। ਅਣਗਿਣਤ ਉੱਥੇ ਜਿਨ ਦੇਵ ਰਹਿੰਦੇ।
ਘਰ ਕੀ ਕੰਧ ਉਸਾਰਤ ਜੋ, ਜਿਹੜੇ ਲੋਕ ਆਪਣੇ ਘਰ ਦੀ ਦਿਨ ਦੇ ਵਿੱਚ ਕੰਧ ਉਸਾਰੀ ਕਰਦੇ ਹਨ, ਭਈ ਰਹਿਣ ਢਾਹਤ ਹੈ ਤਾਂ, ਉਹ ਇੰਨੇ ਪ੍ਰਬਲ ਹਨ, ਇੰਨੀ ਉਹਨਾਂ ਦੀ ਸ਼ਕਤੀ ਹੈ, ਉਹ ਤਾਂ ਕੰਧਾਂ ਨੂੰ ਢਹਾ ਦਿੰਦੇ, ਕੋਈ ਧੱਕਾ ਮਾਰ ਕੇ ਗਿਰਾ ਦਿੰਦੇ। ਕਰਹਿ ਬਾਦ ਨਹਿ ਬਸਨੇ ਦੇ, ਉਥੇ ਜਿਹੜਾ ਵੀ ਵਸਣ ਵਾਸਤੇ ਗਿਆ ਉਥੇ ਉਹਨਾਂ ਨੇ ਵਾਦ ਕਰ ਦਿੱਤਾ, ਭਾਵ ਕਿ ਉਹਨਾਂ ਦੇ ਉੱਤੇ ਚੜ ਜਾਂਦੇ ਹਨ, ਉਹ ਰੂਹਾਂ ਉਹਨਾਂ ਦੇ ਅੰਦਰ ਵੜ ਜਾਂਦੀਆਂ ਤੇ ਇੰਨਾ ਉਹਨਾਂ ਦਾ ਨੁਕਸਾਨ, ਆਦਿ ਵਿਆਦੀ ਉਪਾਧੀ ਦਾ ਨੁਕਸਾਨ ਹੋ ਜਾਂਦਾ। ਲੋਕੀ ਉਥੇ ਦੌੜ ਦੌੜ ਕਰਕੇ ਭੱਜ ਰਹੇ, ਤੁਸੀਂ ਕਹਿੰਦੇ ਉਥੇ ਜਾ ਕਰਕੇ ਨਗਰ ਵਸਾਉਣਾ। ਕੈਸੇ ਹੋਵੇ ਕਰੇ ਨਿਕੇ, ਆਪ ਜੀ ਖੁਦ ਵਿਚਾਰ ਕਰੋ ਮਹਾਰਾਜ, ਉਥੇ ਘਰ ਕਿਸ ਤਰ੍ਹਾਂ ਅਸੀਂ ਬਣਾ ਸਕਦੇ ਆ? ਘਰ ਤਾਂ ਮਹਾਰਾਜ ਰਾਤੋਂ ਰਾਤ ਥੋੜੀ ਬਣਾਇਆ ਜਾਂਦਾ, ਤੇ ਦਿਨ ਵਿੱਚ ਕੰਧ ਬਣਾਵਾਂਗੇ, ਰਾਤ ਨੂੰ ਉਹਨਾਂ ਨੇ ਆ ਕਰਕੇ ਢਹਾ ਦੇਣਾ ਹੈ। ਤੈਂ ਬਸ ਕਹਿ ਹਮ ਲੈਨੂ ਕਿਆ, ਜੇ ਠੀਕ ਹੈ ਤੁਹਾਡਾ ਬਚਨ ਬਣ ਕੇ ਮੈਂ ਉਥੇ ਚੱਲ ਵੀ ਜਾਵਾਂ, ਉਥੇ ਵਸ ਵੀ ਜਾਵਾਂ, ਤੇ ਆਪ ਜੀ ਦੱਸੋ ਮਹਾਰਾਜ ਉਥੇ ਰਹਿ ਕਰਕੇ ਮੈਨੂੰ ਕੀ ਮਿਲੇਗਾ, ਮੇਰਾ ਕੀ ਫਾਇਦਾ ਹੋਵੇਗਾ? ਸਕਲ ਪਦਾਰਥ ਦੀਏ ਇਹਾਂ, ਤੇ ਆਪ ਜੀ ਤਰਕਾਂ ਨੂੰ ਦੇਖ ਕਰਕੇ ਬਾਬੇ ਦਾਸੂ ਨੇ ਸਾਫ਼ ਸਿੱਧਾ ਇਨਕਾਰ ਕਰ ਦਿੱਤਾ, ਮਹਾਰਾਜ ਮੈਂ ਤੁਹਾਡਾ ਬਚਨ ਨਹੀਂ ਮੰਨਦਾ, ਮੈਂ ਉੱਥੇ ਨਹੀਂ ਜਾਣਾ। ਲਗ ਸੁਤ ਦਾਤੂ ਕੀ ਦਿਸ਼ੇ, ਸਤਿਗੁਰੂ ਮਹਾਰਾਜ ਜੀ ਨੇ ਫਿਰ ਆਪਣੇ ਛੋਟੇ ਸਪੁੱਤਰ ਬਾਬੇ ਦਾਤੂ ਦੇ ਵੱਲ ਵੇਖਣਾ ਕੀਤਾ। ਜੇ ਆਪਾਂ ਪਿਆਰਿਓ ਇਤਿਹਾਸ ਪੜ੍ਹਦੇ ਹਾਂ, ਇੱਥੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਵੱਡੇ ਨੂੰ ਦਾਸੂ ਕਿਹਾ ਤੇ ਛੋਟੇ ਨੂੰ ਦਾਤੂ ਕਿਹਾ, ਲੇਕਿਨ ਕਈ ਇਤਿਹਾਸਕਾਰ ਮੰਨਦੇ ਕਿ ਵੱਡੇ ਦਾ ਨਾਮ ਦਾਤੂ ਸੀ ਤੇ ਛੋਟੇ ਦਾ ਨਾਮ ਦਾਸੂ ਹੈ ਕਰਕੇ। ਫੇਰੂ ਆਨ ਫੁਰਮਾਇਓ ਫੇਰ, ਤੇ ਫੇਰੂ ਆਨ ਫੁਰਮਾਇਓ ਫੇਰ, ਇੱਥੇ 3 ਵਾਰੀ ਜਿਹੜਾ ਫੇਰ ਆਇਆ। ਪਹਿਲਾ ਸ਼ਬਦ ਜਿਹੜਾ ਫੇਰੂ, ਭਾਵ ਕਿ ਫੇਰ ਵਸਾਇਆ, ਫੇਰੂ ਆਨ ਸਤਿਗੁਰ ਖਾਡੂਰ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਸੀ ਫੇਰੂ ਮੱਲ। ਉਹਨਾਂ ਦੇ ਜਾਏ ਕੌਣ? ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਫੇਰੂ ਆਨ ਫੁਰਮਾਇਓ, ਭਾਵ ਕਿ ਬਾਬਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਫੁਰਮਾਨ ਕਰਨਾ ਕੀਤਾ, ਫਿਰ ਤੋਂ ਦੁਬਾਰਾ ਫੁਰਮਾਇਆ ਹੈ। ਵੱਡੋ ਪ੍ਰਾਤ ਨਹਿ ਜਾਏ ਤਿਹਾਰੂ, ਛੋਟੇ ਨੂੰ ਕਹਿੰਦੇ ਹਨ ਕਿ ਦੇਖ ਬੇਟਾ, ਵੱਡੇ ਨੂੰ ਮੈਂ ਦੱਸਦਾ, ਉਹ ਤਾਂ ਉੱਥੇ ਨਹੀਂ ਜਾ ਰਿਹਾ, ਨਹੀਂ ਮੰਨ ਰਿਹਾ। ਮਾਨ ਬਾਕ ਅਬ ਤੂੰ ਹੀ ਪਧਾਰ, ਇੱਕ ਕੰਮ ਕਰਨਾ ਕਰ ਭਾਈ, ਵੱਡਾ ਨਹੀਂ ਮੰਨਦਾ, ਚੱਲ ਤੂੰ ਮੇਰਾ ਬਚਨ ਮੰਨ ਲੈ, ਤੂੰ ਮੇਰਾ ਬਚਨ ਮੰਨ ਕਰਕੇ ਉੱਥੇ ਚੱਲ ਵੜ। ਖੱਤਰੀ ਬੇਨਤੀ ਕਰਤ ਉਚਾਰੀ, ਆ ਖੱਤਰੀ ਵੀਰ ਜਿਹੜਾ ਇਹ ਆ ਕਰਕੇ ਬਾਰ-ਬਾਰ ਬੇਨਤੀਆਂ ਕਰ ਰਿਹਾ। ਉਠ ਅਬ ਜਾਵਹੁ ਬਨਹੁ ਉਪਕਾਰ, ਹੁਣ ਉੱਠ ਕਰਕੇ ਤੂੰ ਜਾ ਕਰਕੇ ਉਪਕਾਰੀ ਦਾ ਕੰਮ ਕਰਨਾ ਕਰ, ਕਿਉਂਕਿ ਇਹ ਬਹੁਤ ਵੱਡਾ ਪਰ ਉਪਕਾਰ ਹੋਵੇਗਾ ਜੇ ਉਥੇ ਨਗਰ ਵਸ ਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਵਸਣਗੇ। ਸਭ ਭੂਤਨ ਕੋ ਤਰਾਸ ਦਿਖਾਏ, ਸਾਰੇ ਭੂਤਾਂ ਨੂੰ ਉਥੇ ਜਾ ਕਰਕੇ ਤੂੰ ਤਰਾਸ ਦਿਖਾਉਣਾ ਕਰ, ਡਰ ਦਿਖਾਉਣਾ ਕਰ। ਨਿਰ ਉਪਾਧਿ ਕਰ ਗ੍ਰਾਮ ਬਸਾਏ, ਤੇ ਉਥੇ ਜਾ ਕਰਕੇ ਨਿਰ ਉਪਾਧੀ, ਕਿਉਂਕਿ ਉਹਨਾਂ ਨੂੰ ਇਹ ਉਪਾਧੀ ਲੱਗ ਗਈ ਹੈ, ਇਹ ਬਿਮਾਰੀ ਲੱਗ ਗਈ ਹੈ, ਕਿਉਂਕਿ ਆਦਿ ਵਿਆਦੀ ਤੇ ਉਪਾਧੀ ਹੁੰਦੀ ਹੈ। ਇਹ 3 ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ। ਇੱਕ ਤਾਂ ਤਨ ਕਰਕੇ ਰੋਗ ਲੱਗ ਜਾਵੇ, ਉਹਨੂੰ ਆਦਿ ਕਹਿੰਦੇ, ਤੇ ਕਈਆਂ ਨੂੰ ਮਨੋ ਰੋਗ ਲੱਗ ਜਾਂਦਾ, ਉਹਨੂੰ ਵਿਆਦੀ ਕਹਿੰਦੇ। ਉਪਾਧੀ ਕਹਿੰਦੇ ਪਿਆਰਿਓ ਜਿਹਨੂੰ ਆਪਾਂ ਬੋਲਦੇ ਨਾ ਕਿ ਭਾਈ ਵਿਅਰਥ ਦੇ ਵਿੱਚ ਬਲਾ ਚਿੰਮੜ ਗਈ, ਆਪਾਂ ਜਾ ਰਹੇ ਹਾਂ, ਚੜਦੇ ਚੜਦੇ ਐਕਸੀਡੈਂਟ ਹੋ ਜਾਣਾ, ਜਾਂ ਚੱਲਦੇ ਚੱਲਦੇ ਫਿਰ ਕਿਸੇ ਗੇੜੇ ਦੇ ਵਿੱਚ ਕੋਈ ਚੱਕਰ ਦੇ ਵਿੱਚ ਆਪਾਂ ਜਦੋਂ ਫਸ ਜਾਂਦੇ ਆ, ਆਪਾਂ ਕਹਿੰਦੇ ਭਾਈ ਮੈਂ ਤਾਂ ਕੁਛ ਨਹੀਂ ਕਰ ਰਿਹਾ ਸੀ, ਮੈਂ ਤਾਂ ਜਾ ਰਿਹਾ ਸੀ, ਪਤਾ ਨਹੀਂ ਇਹ ਬਲਾ ਮੇਰੇ ਗਲ ਦੇ ਵਿੱਚ ਕਿਸ ਤਰ੍ਹਾਂ ਚਿੰਮੜ ਗਈ। ਸਤਿਗੁਰੂ ਜੀ ਕਹਿਣ ਲੱਗੇ ਭੂਤਾਂ ਪ੍ਰੇਤਾਂ ਦੀ ਜੋ ਬਲਾ ਇਹਨਾਂ ਨੂੰ ਚਿੰਮੜ ਗਈ ਹੈ, ਤੂੰ ਜਾ ਕਰਕੇ ਪਰਉਪਕਾਰ ਦਾ ਕੰਮ ਕਰਨਾ ਕਰ, ਭੂਤਾਂ ਨੂੰ ਉਥੋਂ ਭਜਾ ਦੇ। ਸੁਨਹੁ ਪਿਤਾ ਜੀ ਬਸੈ ਖਡੂਰ, ਤੇ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਬਾਬਾ ਦਾਸੂ ਕਹਿੰਦਾ, ਬਾਬਾ ਦਾਤੂ ਕਹਿੰਦਾ, ਮਹਾਰਾਜ ਆਪ ਜੀ ਸੁਣੋ ਪਿਤਾ ਜੀ ਬਸੈ ਖਡੂਰ, ਮਹਾਰਾਜ ਆਪਾਂ ਖਡੂਰ ਦੇ ਵਿੱਚ ਵਸਦੇ ਹਾਂ। ਕਹਾਂ ਜਾਣ ਕੀ ਕੌਣ ਜ਼ਰੂਰ, ਉਥੇ ਜਾਣ ਦੀ ਕੀ ਜ਼ਰੂਰੀ ਹੈ, ਕਿਹੜਾ ਸਾਡਾ ਕੰਮ ਅੜ ਗਿਆ ਹੈ। ਐਸੇ ਸਦਨ ਗੋਬਿੰਦ ਗੁਣ ਗਾਵੇ, ਹੁਣ ਆਪਣੇ ਘਰ ਦੇ ਵਿੱਚ ਹੀ ਰਹਿ ਕਰਕੇ ਮਹਾਰਾਜ ਇੱਥੇ ਹੀ ਆਪਾਂ ਗੋਬਿੰਦ ਦੇ ਗੁਣ ਗਾਵਾਂਗੇ, ਰੱਬ ਨੂੰ ਯਾਦ ਕਰਾਂਗੇ। ਜੇ ਤੁਸੀਂ ਕਹੋਗੇ ਉੱਥੇ ਜਾ ਨਗਰ ਵਸਾ ਕੇ ਕੀ ਕਰਨਾ,
ਰੱਬ ਦੇ ਗੁਣ ਗਾਉਣਾ। ਤੇ ਕਹਿੰਦਾ ਕਿ ਬਾਬਾ ਜੀ ਸਤਿਗੁਰੂ ਮਹਾਰਾਜ ਇੱਥੇ ਵੀ ਤਾਂ ਰਹਿ ਕਰਕੇ ਮੈਂ ਰੱਬ ਦੇ ਹੀ ਗੁਣ ਗਾ ਰਿਹਾ ਹਾਂ। ਨਿਜ ਕਾਰਜ ਹਿਤ ਬਹੁ ਚਲ ਆਵੇਂ, ਆਪਣੇ ਕੰਮ ਦੇ ਵਾਸਤੇ ਇਹੋ ਜਿਹੇ ਬਥੇਰੇ ਲੋਕ ਜਿਹੜੇ ਚੱਲ ਚੱਲ ਕਰਕੇ ਆਉਂਦੇ ਹਨ ਕਿ ਮਹਾਰਾਜ ਆਹ ਕੰਮ ਅੜ ਗਿਆ, ਮਹਾਰਾਜ ਉਹ ਕੰਮ ਮੇਰਾ ਰਹਿ ਗਿਆ। ਕਿਸ ਕਿਸ ਸੰਗ ਆਪ ਚਲ ਤੇ ਜਾਵਾਂ, ਕਿਹਦੇ ਕਿਹਦੇ ਨਾਲ ਮਹਾਰਾਜ ਆਪਾਂ ਚੱਲ ਚੱਲ ਕਰਕੇ ਜਾਵਾਂਗੇ, ਕਿਉਂਕਿ ਗੁਰੂ ਘਰ ਦੇ ਵਿੱਚ ਜਾਂ ਮਹਾਂਪੁਰਖਾਂ ਦੇ ਕੋਲ ਕਈ ਬੰਦੇ ਕਈ ਤਰ੍ਹਾਂ ਦੇ ਆਉਂਦੇ ਹਨ। ਹਰ ਕੋਈ ਆਪਣੀ ਫਰਿਆਦ ਲੈ ਕਰਕੇ ਆਉਂਦਾ, ਬਾਬਾ ਜੀ ਆਹ ਕੰਮ ਕਰ ਦਿਓ। ਸਤਿਗੁਰੂ ਮਹਾਰਾਜ ਜੀ ਦੇ ਕੋਲ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆਉਂਦੇ ਸਨ ਤੇ ਹਰ ਕੋਈ ਫਰਿਆਦ ਕਰਦਾ, ਮਹਾਰਾਜ ਆਹ ਕੰਮ ਕਰ ਦਿਓ, ਇਹ ਕੰਮ ਮੇਰਾ ਰਹਿ ਗਿਆ, ਆਹ ਪੂਰਾ ਕਰ ਦਿਓ। ਸਤਿਗੁਰੂ ਮਹਾਰਾਜ ਆਪਾਂ ਹਰ ਕਿਸੇ ਦੇ ਨਾਲ ਥੋੜੀ ਜਾ ਸਕਦੇ ਹਾਂ। ਕਿਆ ਹਮਕੋ ਉਜਰੋ ਕੇ ਬਸਾਵੋ, ਸਾਨੂੰ ਕੀ ਲੈਣਾ ਦੇਣਾ ਹੈ ਮਹਾਰਾਜ, ਸਾਡਾ ਥੋੜੀ ਨਗਰ ਹੈ। ਜੇ ਖਡੂਰ ਦੇ ਵਿੱਚ ਇੰਜ ਹੁੰਦਾ ਤਾਂ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਭਾਈ ਸਾਡਾ ਨਗਰ ਹੈ, ਨਗਰ ਦੀ ਰਾਖੀ ਕਰਨੀ ਹੈ, ਸਾਡਾ ਫਰਜ਼ ਬਣਦਾ। ਉਹ ਪਤਾ ਨਹੀਂ ਨਗਰ ਕਿੱਥੇ ਹੈ, ਆ ਚੌਧਰੀ ਨੂੰ ਵੀ ਆਪਾਂ ਨਹੀਂ ਜਾਣਦੇ ਆ ਤੇ ਉਹਨਾਂ ਦੇ ਨਾਲ ਕੀ ਲੈਣਾ, ਉਹਨਾਂ ਦਾ ਨਗਰ ਵਸੇ ਭਾਵੇਂ ਉਹਨਾਂ ਦਾ ਉੱਜੜ ਜਾਵੇ। ਭਾਵ ਕਿ ਛੋਟੇ ਨੇ ਵੀ ਸਾਫ਼ ਸਿੱਧਾ ਕਹਿ ਦਿੱਤਾ, ਸਤਿਗੁਰੂ ਮਹਾਰਾਜ ਮੈਂ ਤੁਹਾਡਾ ਬਚਨ ਨਹੀਂ ਮੰਨਣਾ, ਮੈਂ ਉੱਥੇ ਨਹੀਂ ਜਾਣਾ। ਸੁਨ ਸੁਤ ਦੋਇਨ ਤੇ ਇਮ ਬੈ, ਸਤਿਗੁਰੂ ਮਹਾਰਾਜ ਜੀ ਨੇ ਜਦੋਂ ਆਪਣੇ ਦੋਵੇਂ ਪੁੱਤਰਾਂ ਤੋਂ ਇਹ ਬਚਨ ਜਦੋਂ ਸਰਵਣ ਕਰਨੇ ਕੀਤੇ, ਅਮਰਦਾਸ ਕੀ ਦਿਸ਼ ਕਰਨੈ, ਫਿਰ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵੱਲ ਵੇਖਣਾ ਕੀਤਾ ਕਿਰਪਾ ਦ੍ਰਿਸ਼ਟੀ ਦੇ ਨਾਲ। ਕਹਿਓ ਜਾਹੁ ਪੁਰਖਾ ਤੁਮ ਤਾਂ, ਕਿਹਾ ਕਿ ਪੁਰਖਾ ਆਪ ਜੀ ਉਸ ਪਾਸੇ ਚੱਲ ਜਾਓ ਵਾਸਾ ਭੂਤ ਪ੍ਰੇਤ ਕੋ ਜਹਾਂ, ਜਿੱਥੇ ਬਹੁਤ ਜ਼ਿਆਦਾ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਜਾਓ ਇਹ ਗੋਂਦੇ ਖੱਤਰੀ ਦੇ ਨਾਲ ਚੱਲ ਜਾਓ। ਕਰਹੁ ਬਸਾਵਨ ਸੁੰਦਰ ਪੁਰੀ, ਜਾ ਕਰਕੇ ਉੱਥੇ ਬਹੁਤ ਵਧੀਆ ਨਗਰ ਜਿਹੜਾ ਆਪ ਜੀ ਵਸਾਓ। ਜਨ ਗੁਰ ਕੀਰਤ ਕੀ ਹੋਏ ਪੁਰੀ, ਇਸ ਤਰ੍ਹਾਂ ਦਾ ਨਗਰ ਵਸਾਉਣਾ ਹੈ ਕਿ ਉਹ ਨਗਰ ਦੇ ਵਿੱਚ ਘਰ ਘਰ ਦੇ ਵਿੱਚੋਂ ਗੁਰੂ ਕੀ ਕੀਰਤੀ ਹੋਵੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਭਾਈ ਗੁਰੂ ਕੇ ਸਿੱਖ ਦਾ ਘਰ ਇਹੋ ਜਿਹਾ ਹੋਣਾ ਚਾਹੀਦਾ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਹਾ। ਜਿਨ੍ਹਾਂ ਘਰਾਂ ਦੇ ਵਿੱਚੋਂ ਪਿਆਰਿਓ ਕੀਰਤਨ ਦੀਆਂ ਧੁਨੀਆਂ ਉੱਠਦੀਆਂ ਹਨ, ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਦਾ ਗੁੰਜਾਰ ਹੁੰਦਾ ਹੈ, ਜਿਨ੍ਹਾਂ ਘਰਾਂ ਦੇ ਵਿੱਚ ਆਏ ਗਏ ਦੀ ਸੇਵਾ ਸੰਭਾਲ ਹੁੰਦੀ ਹੈ, ਉਹ ਫਿਰ ਪਿਆਰਿਓ ਘਰ ਨਹੀਂ ਰਹਿ ਜਾਂਦਾ, ਉਹ ਘਰ ਗੁਰੂ ਕਾ ਘਰ ਗੁਰਦੁਆਰਾ ਬਣ ਜਾਂਦਾ ਹੈ, ਉਹ ਫਿਰ ਧਰਮਸਾਲ ਬਣ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਗੁਰਦਾਸ ਸਾਹਿਬ ਜੀ ਇਹਦੀ ਹਾਮੀ ਭਰਦੇ ਹਨ, ਕਹਿੰਦੇ ਕਿ ਸਿੱਖ ਦਾ ਘਰ ਹੀ ਗੁਰੂ ਕਾ ਘਰ ਹੋਣਾ ਚਾਹੀਦਾ, ਉਹ ਗੁਰੂ ਕਾ ਘਰ ਹੀ ਬਣ ਜਾਣਾ ਚਾਹੀਦਾ। ਸਤਿਗੁਰੂ ਜੀ ਕਹਿਣ ਲੱਗੇ, ਜਾਓ ਇਹੋ ਜਿਹਾ ਨਗਰ ਵਸਾਓ ਤੇ ਜਿਸ ਨਗਰ ਦੇ ਘਰ ਘਰ ਦੇ ਵਿੱਚੋਂ ਕੀਰਤਨ ਦੀਆਂ ਧੁਨੀਆਂ ਉੱਠਣ। ਮੁਖ ਤੇ ਆਖਿਰ ਨਿਕਸੇ ਆਧੇ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਹਾਲੇ ਆਧੇ ਇਹ ਬਚਨ ਨਿਕਲੇ। ਸੁਨ ਤਿਆਰ ਹੋਵਹੁ ਕਟ ਬਾਂਧੇ, ਸੁਣ ਕਰਕੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੁਰੰਤ ਤਿਆਰ ਹੋ ਗਏ। ਕੋਈ ਸਵਾਲ ਜਵਾਬ ਨਹੀਂ ਕੀਤਾ, ਮਹਾਰਾਜ ਕਦੋਂ ਜਾਵਾਂ, ਕਿਸ ਤਰ੍ਹਾਂ ਜਾਵਾਂ, ਕੀ ਲੈ ਕੇ ਜਾਵਾਂ। ਜਦੋਂ ਮਹਾਰਾਜ ਜੀ ਨੇ ਕਿਹਾ ਹਾਲੇ ਬਚਨ ਪੂਰਾ ਨਹੀਂ ਹੋਇਆ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਮੋਢੇ ਦਾ ਪਰਨਾ ਲੈ ਕਰਕੇ ਉਹਨੂੰ ਲੱਕ ਦੇ ਨਾਲ ਬੰਨ ਲਿਆ, ਕਮਰ ਕੱਸਾ ਕੱਸ ਲਿਆ, ਕਿਹਾ ਮਹਾਰਾਜ ਆਗਿਆ ਦਿਓ, ਹੁਣੇ ਚੱਲ ਵੜਦੇ ਹਾਂ। ਹਾਥ ਜੋੜ ਬੂਝੀ ਵਿਦ ਕੈਸੇ, ਫਿਰ ਹੱਥ ਜੋੜ ਕਰਕੇ ਪੁੱਛਣਾ ਕੀਤਾ, ਮਹਾਰਾਜ ਆਪ ਜੀ ਵਿਦਤਾ ਦੱਸੋ। ਜਸ ਆਇਸ ਹੋਏ ਰੁਚਪੁਰ ਤੈਸੇ, ਜਿਸ ਤਰ੍ਹਾਂ ਆਪ ਜੀ ਆਗਿਆ ਕਰੋਗੇ ਉਸ ਤਰ੍ਹਾਂ ਨਗਰ ਵਸਾਵਾਂਗੇ। ਮਹਾਰਾਜ ਜੀ ਨੇ ਕਿਹਾ, ਪੁਰਖਾ ਜਾਓ ਨਗਰ ਵਸਾਉਣਾ। ਤੇ ਮਹਾਰਾਜ ਜੀ ਨੂੰ ਪੁੱਛਦੇ, ਮਹਾਰਾਜ ਆਗਿਆ ਤਾਂ ਦਿਓ, ਆਪ ਜੀ ਕੋਈ ਨਕਸ਼ਾ ਤਾਂ ਦੱਸੋ, ਇਸ ਤਰ੍ਹਾਂ ਨਗਰ ਵਸਾਉਣਾ। ਉਸ ਤਰ੍ਹਾਂ ਹੀ ਉਹ ਨਕਸ਼ੇ ਦੇ ਮੁਤਾਬਕ ਅਸਾਂ ਨੇ ਨਗਰ ਵਸਾਉਣਾ ਹੈ ਉੱਥੇ। ਕਹਿਓ ਗੁਰੂ ਪੂਰਬ ਦਿਸ਼ ਜੋਈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਉਹ ਨਗਰ ਦੀ ਪੂਰਬ ਦੀ ਬਾਹੀ ਜਿਹੜੀ ਹੈ, ਕਰਹੁ ਖਨਾਵਨ ਨੀਕੇ ਸੋਈ, ਅੰਤਰਜਾਮਤਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਵੇਖ ਕਰਕੇ ਪਿਆਰਿਓ ਨਕਸ਼ਾ ਖਿੱਚ ਦਿੱਤਾ। ਅੱਜ ਜੇ ਆਪਾਂ ਨਿੱਕਾ ਜਿਹਾ ਕੋਈ ਘਰ ਬਣਾਉਣਾ ਹੋਵੇ, ਇੰਜੀਨੀਅਰ ਦੇ ਕੋਲ ਜਾਂਦੇ ਆ ਆਪਾਂ, ਉਹ ਪਹਿਲੇ ਪੂਰੇ ਧਰਤੀ ਦੀ ਗਿਣਤੀ ਮਿਣਤੀ ਕਰਦਾ, ਕਿਹੜਾ ਕਮਰਾ ਕਿੱਥੇ ਸੈੱਟ ਕਰਨਾ,
10 ਵਾਰੀ ਉਹ ਨਕਸ਼ਾ ਬਣਾਉਂਦਾ, ਫਿਰ ਉਹਨੂੰ ਮਿਟਾ ਕਰਕੇ ਫਿਰ ਇੱਕ ਨਕਸ਼ਾ ਪਾਸ ਕਰਦਾ। ਇਹ ਪਿਆਰਿਓ ਸਿਰਫ ਇੱਕ ਘਰ ਦੀ ਗੱਲ ਹੈ, ਲੇਕਿਨ ਇੰਨਾ ਵੱਡਾ ਸ਼ਹਿਰ, ਵੱਡਾ ਨਗਰ ਵਸਾਉਣਾ ਹੋਵੇ ਉਹਦੇ ਵਾਸਤੇ ਤਾਂ ਬੜਾ ਲੰਬਾ ਸਮਾਂ ਜਿਹੜਾ ਇੰਜੀਨੀਅਰਾਂ ਨੂੰ ਲੱਗ ਜਾਂਦਾ। ਲੇਕਿਨ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਬੇਨਤੀ ਕੀਤੀ, ਮਹਾਰਾਜ ਦੱਸੋ ਨਗਰ ਕਿਸ ਤਰ੍ਹਾਂ ਵਸਾਵਾਂ, ਕਿਹੜਾ ਨਕਸ਼ਾ ਉਹਦੇ ਨਾਲ ਤਿਆਰ ਕਰਾਂ। ਸਤਿਗੁਰੂ ਮਹਾਰਾਜ ਜੀ ਨੇ ਅੱਖਾਂ ਕੀ ਤਰ੍ਹਾਂ ਤੁਸੀਂ ਖਨਨ ਕਰਨਾ ਕਰੋ, ਖੁਦਾਈ ਦਾ ਕੰਮ ਕਰੋ। ਇੱਕ ਸਮ ਕਰਕੇ ਥਾਨ ਤਹਾਂ ਸਭ ਤੋਂ ਪਹਿਲੇ ਸਾਰਾ ਥਾਂ ਜਿਹੜਾ ਹੈ ਉਹਨੂੰ ਸਮਾਨ ਕਰਨਾ, ਪੱਧਰਾ ਕਰ ਦੇਣਾ, ਕੋਈ ਟੋਆ ਟਿੱਬਾ ਨਾ ਰਵੇ ਉਹਦੇ ਵਿੱਚ। ਬਸ ਬੇਕਾਰਨ ਰਚੋ ਆਵਾਜ਼, ਫਿਰ ਉਥੇ ਫਿਰ ਗੜੀਆਂ ਆਦਿਕ, ਚੁਰਸਤੇ ਆਦਿਕ ਬਣਾ ਕਰਕੇ ਉਸ ਮੁਤਾਬਕ ਆਪ ਜੀ ਇੱਕ ਲਾਈਨ ਦੇ ਵਿੱਚ ਘਰ ਬਣਾਉਣਾ ਕਰੋ। ਸੁੰਦਰ ਛੜੀ ਸੋ ਚੰਚਲ ਕਰਤੇ, ਨਾਲ ਸਤਿਗੁਰੂ ਮਹਾਰਾਜ ਜੀ ਦੇ ਹੱਥ ਦੇ ਵਿੱਚ ਨਿੱਕੀ ਜੀ ਇੱਕ ਛੜੀ ਸੀ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਚੰਚਲ ਕਰਨਾ ਕੀਤਾ, ਭਾਵ ਕਿ ਉਹ ਪਈ ਹੋਈ ਸੀ ਉਂਜੀ ਮਹਾਰਾਜ ਜੀ ਦੇ ਨਾਲ। ਇੱਕ ਆਪਾਂ ਕਹਿ ਸਕਦੇ ਹਾਂ ਡੰਗੋਰੀ ਪਈ ਹੋਈ ਸੀ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਆਪਣੇ ਹਸਤ ਕਮਲਾਂ ਦੇ ਵਿੱਚ ਲਿਆ, ਫੜ ਲਿਆ। ਅਮਰਦਾਸ ਕੋ ਦੀਨਸ ਕਰ ਤੇ ਲੈ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਉਹ ਡੰਗੋਰੀ ਮਹਾਰਾਜ ਜੀ ਨੇ ਫੜਾ ਦਿੱਤੀ। ਲੈ ਜਾਓ ਸਮੁਖ ਤਿਨ ਹੋਏ, ਸਤਿਗੁਰੂ ਜੀ ਕਹਿਣ ਲੱਗੇ ਪੁਰਖਾ ਆ ਡੰਗੋਰੀ ਲੈ ਕਰਕੇ ਜਾਓ, ਆ ਛੜੀ ਲੈ ਕਰਕੇ ਜਾਓ, ਤੇ ਜਦੋਂ ਭੂਤ ਪ੍ਰੇਤ ਤੁਹਾਡੇ ਵੱਲ ਆਉਣਗੇ ਉਹਨਾਂ ਦੇ ਅੱਗੇ ਕਰ ਦੇਣਾ। ਕਰੋ ਦਿਖਾਵਨ ਰਹਿ ਨਾ ਕੋਈ, ਜਦੋਂ ਆਪ ਜੀ ਨੇ ਇਹ ਦਿਖਾ ਦਿੱਤਾ ਨਾ, ਇਹ ਛੜੀ ਆਪ ਜੀ ਨੇ ਦਿਖਾ ਦਿੱਤੀ, ਆ ਜਿੰਨੇ ਵੀ ਭੂਤ ਪ੍ਰੇਤ ਨਿਖਿੱਧ ਆਤਮਾਵਾਂ ਜੋ ਹਨ, ਆ ਛੜੀ ਨੂੰ ਵੇਖ ਕਰਕੇ ਉਹ ਡਰ ਜਾਣਗੇ, ਭੱਜ ਜਾਣਗੇ, ਤੁਹਾਡੇ ਲਾਗੇ ਨਹੀਂ ਆਉਣਾ ਹੈ। ਜਹ ਜਹ ਚਰਨ ਤੁਹਾਰੋ ਫਿਰ, ਤੇ ਨਾਲ ਇਹ ਵੀ ਬਚਨ ਕੀਤਾ, ਜਿੱਥੇ ਜਿੱਥੇ ਆਪ ਜੀ ਦੇ ਮੁਬਾਰਕ ਚਰਨ ਪੈਣਗੇ ਹੋਏ ਅਸ਼ੁਭ ਤਿਸ ਕੋ ਸ਼ੁਭ ਕਰਹੀ, ਕਿਉਂਕਿ ਉਹ ਧਰਤੀ ਜਿਹੜੀ ਆ ਅਸ਼ੁਭ ਧਰਤੀ ਹੈ, ਨਿਖਿੱਧ ਧਰਤੀ ਹੈ, ਕਲਰੀ ਧਰਤੀ ਹੈ, ਸ਼ਰਾਪਿਤ ਧਰਤੀ ਹੈ। ਕਿਉਂ ਹੈ? ਕਿਉਂਕਿ ਗੋਂਦੇ ਨੇ ਕਹਿ ਦਿੱਤਾ ਸੀ ਨਾ, ਮਹਾਰਾਜ ਹੱਕ ਤਾਂ ਮੇਰਾ ਨਹੀਂ ਬਣਦਾ ਸੀ, ਮੇਰਾ ਤਾਂ ਉਹਦੇ ਉੱਤੇ ਕੋਈ ਹੱਕ ਨਹੀਂ ਸੀ, ਲੇਕਿਨ ਝੂਠੀ ਮੈਨੇ ਸਹੁੰ ਚੁੱਕਣੀ ਕੀਤੀ ਹੈ, ਸਾਰਿਆਂ ਦੇ ਨਾਲ ਮੈਨੇ ਫਰੇਬ ਕਰਨਾ ਕੀਤਾ, ਤੇ ਛਲ ਕਪਟ ਦੇ ਨਾਲ ਮਹਾਰਾਜ ਮੈਨੇ ਇਹ ਕੰਮ ਕੀਤਾ। ਬੇਸ਼ੱਕ ਇੰਨੀ ਵੱਡੀ ਜ਼ਮੀਨ, ਇੰਨਾ ਵੱਡਾ ਮੈਨੂੰ ਮੁਰਾਦਬਾਤਾ ਪ੍ਰਾਪਤ ਹੋ ਗਿਆ, ਲੇਕਿਨ ਫਿਰ ਬਾਅਦ ਦੇ ਵਿੱਚ ਭੂਤ ਪ੍ਰੇਤ ਚਿੰਬੜ ਗਏ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਉਹ ਧਰਤੀ ਜਿਹੜੀ ਹੈ ਕਲਰੀ ਹੈ, ਅਸ਼ੁਭ ਹੈ, ਲੇਕਿਨ ਜਿੱਥੇ ਜਿੱਥੇ ਆਪ ਜੀ ਦੇ ਚਰਨ ਪੈਂਦੇ ਜਾਣਗੇ, ਜਿੱਥੇ ਆਪ ਜੀ ਨੇ ਚਰਨ ਰੱਖ ਦਿੱਤਾ, ਉਹ ਖਿੱਤਾ ਪਵਿੱਤਰ ਹੋ ਜਾਵੇਗਾ। ਇਸ ਤਰ੍ਹਾਂ ਇੱਕ ਵਾਰੀ ਉਹ ਛੜੀ ਲੈ ਕਰਕੇ ਪੂਰਾ ਇਲਾਕਾ, ਪੂਰੀ ਜਿੰਨੀ ਵੀ ਉਹ ਧਰਤੀ ਹੈ ਕਈ ਕਿਲੋਮੀਟਰ ਬੱਦੀ, ਤੇ ਉੱਥੇ ਆਪ ਜੀ ਚਰਨ ਫਿਰਾਉਣਾ ਕਰੋ, ਉਹ ਅਸ਼ੁਭ ਧਰਤੀ ਉਹ ਸ਼ੁਭ ਹੋ ਜਾਵੇਗੀ, ਉਹ ਪਤਿਤ ਧਰਤੀ ਜਿਹੜੀ ਹੈ ਪਾਵਨ ਹੋ ਜਾਵੇਗੀ। ਨਿਜ ਨਿਵਾਸ ਹਿਤ ਰਚਹੁ ਆਵਾਸ, ਨਾਲ ਆਪ ਮਹਾਰਾਜ ਜੀ ਨੇ ਕਹਿ ਦਿੱਤਾ ਪੁਰਖਾ ਹੁਣ ਆਪ ਜੀ ਨੇ ਇੱਥੇ ਨਹੀਂ ਰਹਿਣਾ, ਹੁਣ ਉੱਥੇ ਹੀ ਆਪ ਜੀ ਨਗਰ ਵਸਾ ਕਰਕੇ ਉੱਥੇ ਆਪਣੇ ਵਾਸਤੇ ਵੀ ਵਧੀਆ ਮਕਾਨ ਬਣਾਉਣਾ ਕਰੋ। ਨਰਪਿਕ ਆਵਹਿ ਕਰਹਿ ਸੁਬਾਸ, ਆਪ ਜੀ ਨੂੰ ਵੇਖ ਕਰਕੇ ਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਨਗਰ ਵਸਾਇਆ, ਲੋਕੀ ਦੂਰੋਂ ਦਰਾਡਿਓਂ ਚੱਲ ਚੱਲ ਕਰਕੇ ਉੱਥੇ ਆ ਕਰਕੇ ਉਹਨਾਂ ਨੇ ਵਸਣਾ ਹੈ। ਇਹ ਗੋਂਦਾ ਖੱਤਰੀ ਧਨਵਾਨ, ਨਾਲ ਸਤਿਗੁਰੂ ਜੀ ਕਹਿੰਦੇ ਆ ਗੋਂਦਾ ਖੱਤਰੀ ਬਹੁਤ ਵੱਡਾ ਮਾਇਆ ਧਾਰੀ ਹੈ। ਕਰਹਿ ਚਿਨਾਵਨ ਮਹਿਲ ਮਹਾਨ, ਆਪ ਜੀ ਜਿਸ ਤਰ੍ਹਾਂ ਬੋਲੋਗੇ ਨਾ, ਉਸ ਤਰ੍ਹਾਂ ਹੀ ਇਹਨੇ ਮਹਿਲ, ਉਸ ਤਰ੍ਹਾਂ ਹੀ ਇਹਨੇ ਘਰਾਂ ਨੂੰ ਚਿਨਾਉਣਾ, ਭਾਵ ਕਿ ਲੋਕਾਂ ਤੋਂ ਪੈਸਾ ਵੀ ਨਾ ਲੈਣਾ ਕਰੋ। ਗੋਂਦੇ ਨੂੰ ਬੋਲੋ, ਗੋਂਦਿਆ ਜਿਹੜਾ ਵੀ ਕੋਈ ਸਾਡਾ ਸਿੱਖ ਆਵੇਗਾ ਕਵੇਗਾ ਕਿ ਮਹਾਰਾਜ ਮੇਰੇ ਵਾਸਤੇ ਇਹੋ ਜਿਹਾ ਘਰ ਚਾਹੀਦਾ, ਪੈਸੇ ਉਹ ਤੋਂ ਨਹੀਂ ਲੈਣੇ ਹਨ, ਗੋਂਦੇ ਤੋਂ ਪੈਸੇ ਲੈ ਕਰਕੇ ਉਹਨੂੰ ਵਸਣ ਦੇ ਵਾਸਤੇ ਉੱਥੇ ਮਕਾਨ ਬਣਾ ਕਰਕੇ ਦੇਣਾ, ਤੇ ਨਾਲ ਖੇਤੀ ਕਰਨ ਵਾਸਤੇ ਉਹਨਾਂ ਨੂੰ ਜ਼ਮੀਨ ਜਾਇਦਾਦ ਵੀ ਦੇਣੀ ਹੈ। ਨਾਮ ਇਸੀ ਕੇ ਪਰ ਪੁਰ ਨਾਮੂ, ਨਾਲ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਨਗਰ ਇਹਦੇ ਨਾਮ ਦੇ ਉੱਤੇ ਹੀ ਆਪਾਂ ਨੇ ਵਸਾਉਣਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਪਾਂ ਸ਼ਬਦ ਪੜ੍ਹਦੇ ਹਾਂ, ਗੋਵਿੰਦਵਾਲ ਗੋਬਿੰਦਪੁਰੀ ਸਮ ਜਲਿਆਨ ਤੀਰ ਵਿਪਾਸ ਬਨਾਇਓ, ਗਿਆ ਦੁਖ ਦੂਰ ਬਰਖਨ ਕਉ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਭਾਵ ਕੇ ਗੋਵਿੰਦਵਾਲ ਗੋਬਿੰਦਪੁਰੀ ਸਮ,
ਸਤਿਗੁਰੂ ਮਹਾਰਾਜ ਜੀ ਦੇ ਨਗਰ ਦਾ ਨਾਮ ਜਿਹੜਾ ਗੋਬਿੰਦਵਾਲ ਸਾਹਿਬ ਰੱਖਣਾ ਕੀ। ਉਹ ਨਗਰੀ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਆਪ ਵਸਾਉਣਾ ਕੀਤਾ। ਉਥੇ ਪਾਵਨ ਅਸਥਾਨ ਦੀ ਆਪ ਕਾਰ ਸੇਵਾ ਕਰਨੀ ਕੀਤੀ ਹੈ। ਆਪ ਬੌਲੀ ਸਾਹਿਬ ਰਜ ਕਰਕੇ ਮਹਾਰਾਜ ਜੀ ਨੇ ਤੀਰਥ ਦੀ ਵੀ ਸਥਾਪਨਾ ਕੀਤੀ। ਕਿਹਾ ਕਿ ਜਿਹੜਾ ਵੀ ਇੱਥੇ ਆ ਕਰਕੇ ਜਪਜੀ ਸਾਹਿਬ ਦਾ ਪਾਠ ਕਰੇਗਾ, ਸ਼ੁੱਧ ਮਨ ਦੇ ਨਾਲ ਇੱਥੇ ਇਸ਼ਨਾਨ ਕਰੇਗਾ, ਉਹਦੀ 84 ਜਿਹੜੀ ਹੈ ਕੱਟੀ ਜਾਵੇਗੀ। ਇਹੋ ਜਿਹਾ ਨਗਰ ਮਹਾਰਾਜ ਜੀ ਨੇ ਵਸਾਇਆ ਜਿਸ ਤਰ੍ਹਾਂ ਗੋਵਿੰਦਪੁਰੀ ਸਾਂਭਾ। ਗੋਵਿੰਦ ਦਾ ਮਤਲਬ ਕਿ ਪਰਮਾਤਮਾ ਵਾਹਿਗੁਰੂ ਜੀ ਦੀ ਜੋ ਪੁਰੀ ਹੈ, ਸੱਚਖੰਡ ਵਰਗੀ ਪੁਰੀ ਜੋ ਕਦੇ ਆਕਾਸ਼ਾਂ ਦੇ ਵਿੱਚ ਸੱਚਖੰਡ ਦੇ ਵਿੱਚ ਜਿਸ ਤਰ੍ਹਾਂ ਨਗਰ ਵਸਦਾ, ਉਹ ਜਿਹਾ ਨਕਸ਼ਾ ਖਿੱਚ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਿਆਸਾ ਦਰਿਆ ਦੇ ਕੰਢੇ ਮਹਾਰਾਜ ਜੀ ਨੇ ਇੱਕ ਨਗਰ ਜਿਹੜਾ ਗੋਇੰਦਵਾਲ ਸਾਹਿਬ ਵਸਾਉਣਾ ਕੀਤਾ। ਗੋਇੰਦਵਾਲ ਇਸ ਕਰਕੇ ਨਾਮ ਪੈ ਗਿਆ ਕਿਉਂਕਿ ਗੋਂਦਾ ਖੱਤਰੀ ਹੈ, ਉਹਦਾ ਨਾਮ ਸੀ ਗੋਂਦਾਪੁਰ। ਫਿਰ ਇਸ ਤਰ੍ਹਾਂ ਉਹਦਾ ਨਾਮ ਹੀ ਰੱਖ ਦਿੱਤਾ ਗੋਇੰਦਵਾਲ ਕਰਕੇ। ਗੋਂਦੇ ਖੱਤਰੀ ਤੋਂ ਪਿਆਰਿਓ ਇਹ ਨਗਰ ਜਿਹੜਾ ਮਸ਼ਹੂਰ ਹੋਇਆ ਹੈ। ਰਚੁ ਰੁਚਿਰ ਬਸਬੇ ਹਿਤ ਤਾਮ। ਸਤਿਗੁਰੂ ਜੀ ਕਹਿਣ ਲੱਗੇ ਉੱਥੇ ਬਹੁਤ ਵਧੀਆ ਰਹਿਣ ਵਾਸਤੇ ਸਾਰਾ ਇਲਾਕਾ ਜਿਹੜਾ ਆਪ ਜੀ ਨੇ ਡਿਵੈਲਪ ਕਰਨਾ ਹੈ, ਵਧੀਆ ਉਹਨੂੰ ਬਣਾਉਣਾ ਹੈ। ਕਰਤ ਫਰੇਬ ਸੋ ਦਾਸੂ ਦਾਤੂ। ਨਾਲ ਇੱਥੇ ਜੇ ਤੁਸੀਂ ਰਹੋਗੇ ਤੇ ਇਹਨਾਂ ਨੇ ਦਾਤੂ ਨੇ ਤਾਂ ਦਾਸੂ ਨੇ ਆਪ ਜੀ ਦੇ ਨਾਲ ਸਦਾ ਫਰੇਬ ਕਰਦੇ ਰਹਿਣਾ। ਸੁਨ ਪ੍ਰੀਤਨ ਕੋ ਇਹ ਡਰ ਪਾ। ਇਹਨਾਂ ਨੂੰ ਤਾਂ ਬਿਲਕੁਲ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਆਈ ਬਚਨ ਮਹਾਰਾਜ ਜੀ ਨੇ ਜਦੋਂ ਆਪਣੇ ਪੁੱਤਰਾਂ ਨੂੰ ਕਿਹਾ, ਉਹਨਾਂ ਨੇ ਪਿਆਰਿਓ ਕੀ ਜਵਾਬ ਦਿੱਤਾ ਆਪ ਨੇ ਸੁਣਿਆ। ਉਹਨਾਂ ਨੇ ਕਿਹਾ ਮਹਾਰਾਜ ਮਰਵਾਉਣਾ ਚਾਹੁੰਦੇ ਹੋ, ਉੱਥੇ ਭੂਤ ਪ੍ਰੇਤ ਹਨ, ਅਸੀਂ ਜਾਵਾਂਗੇ ਮਤਾ ਕਿਤੇ ਉਹ ਸਾਨੂੰ ਨਾ ਚਿੰਮੜ ਜਾਣ, ਅਸੀਂ ਮਰ ਜਾਵਾਂਗੇ ਤਾਂ ਕਿਹਨੇ ਕੱਢਣਾ ਭੂਤ ਪ੍ਰੇਤ। ਲੇਕਿਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਬਚਨ ਥੋੜੀ ਕੀਤਾ, ਮਹਾਰਾਜ ਬੜੇ ਭੂਤ ਪ੍ਰੇਤ ਹਨ। ਜਦੋਂ ਮਹਾਰਾਜ ਜੀ ਨੇ ਕਿਹਾ, ਕਿਉਂਕਿ ਵਿਸ਼ਵਾਸ ਸੀ, ਭਰੋਸਾ ਸੀ, ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਹੀ ਕਰਾਮਾਤ ਹੈ। ਜੇ ਮਹਾਰਾਜ ਜੀ ਨੇ ਕਹਿ ਦਿੱਤਾ ਤੇ ਉਥੋਂ ਉਹ ਸਾਰੀਆਂ ਨਿਖਿੱਧ ਆਤਮਾਵਾਂ ਭੱਜ ਜਾਣਗੀਆਂ, ਕਿਉਂਕਿ ਮਨ ਦੇ ਵਿੱਚ ਵਿਸ਼ਵਾਸ ਹੈ, ਭਰੋਸਾ ਹੈ। ਕਿਉਂਕਿ ਜਿਨ੍ਹਾਂ ਨੂੰ ਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਹੁੰਦਾ, ਉਹਨਾਂ ਦੀ ਹੀ ਪਿਆਰਿਓ ਘਾਲ ਕਮਾਈ ਥਾਂ ਪੈਂਦੀ ਹੈ। ਲੇਕਿਨ ਸੀ ਗੁਰੂ ਪੁੱਤਰ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਯਕੀਨ ਨਹੀਂ ਸੀ, ਉਹਨਾਂ ਨੂੰ ਵਿਸ਼ਵਾਸ ਨਹੀਂ ਸੀ। ਉਹਨਾਂ ਨੇ ਕਿਹਾ ਮਹਾਰਾਜ ਬੜੇ ਉਥੇ ਭੂਤ ਪ੍ਰੇਤ ਹਨ, ਸਾਨੂੰ ਬੜਾ ਡਰ ਲੱਗਦਾ, ਅਸੀਂ ਨਹੀਂ ਜਾਣਾ। ਨਹਿ ਜਾਣਤੇ ਗੁਰੂ ਪ੍ਰਤਾਪ। ਇਹਨਾਂ ਨੂੰ ਤਾਂ ਸਤਿਗੁਰੂ ਮਹਾਰਾਜ ਦਾ ਪਤਾ, ਪ੍ਰਤਾਪ ਦਾ ਪਤਾ ਹੀ ਨਹੀਂ ਹੈ। ਇਹ ਨਹੀਂ ਜਾਣਦੇ ਕਿ ਭਾਈ ਗੁਰੂ ਕੇ ਬਚਨਾਂ ਦੇ ਵਿੱਚ ਹੀ ਕਰਾਮਾਤ ਵਰਤ ਜਾਂਦੇ। ਕਰਨਹਾਰ ਕੋ ਜਾਣ। ਇਹ ਆਪਣੇ ਆਪ ਨੂੰ ਕਰਨਹਾਰ ਜਾਣਦੇ ਹਨ ਕਿ ਮੈਂ ਜਾਵਾਂਗਾ, ਮੈਂ ਭੂਤਾਂ ਨੂੰ ਭਜਾਉਣਾ ਹੈ। ਜਦੋਂ ਪਿਆਰਿਓ ਸਤਿਗੁਰੂ ਮਹਾਰਾਜ ਕੋਈ ਬਚਨ ਕਰਦੇ ਹਨ, ਜਦੋਂ ਕੋਈ ਸੇਵਾ ਆਪ ਸਤਿਗੁਰੂ ਮਹਾਰਾਜ ਦਿੰਦੇ, ਮਹਾਰਾਜ ਨੇ ਕਿਹਾ ਨਾ ਆਪੇ ਸੇਵਾ ਲਾਇੰਦਾ ਆਪੇ ਬਖਸ਼ ਕਰੇ। ਆਪ ਮਹਾਰਾਜ ਸੇਵਾ ਦਿੰਦੇ ਤੇ ਨਾਲ ਬਖਸ਼ਿਸ਼ਾਂ ਵੀ ਕਰ ਦਿੰਦੇ ਹਨ। ਤੇ ਬਖਸ਼ਿਸ਼ਾਂ ਇੱਕ ਵਾਰੀ ਪ੍ਰਾਪਤ ਹੋ ਜਾਵੇ ਤਾਂ ਪਿਆਰਿਓ ਉਹਦੇ ਵਿੱਚ ਕੋਈ ਅੜਿੱਕਾ ਨਹੀਂ ਆਉਂਦਾ। ਫਿਰ ਹੱਥ ਸਾਡੇ ਹੁੰਦੇ ਹਨ, ਲੇਕਿਨ ਉੱਥੇ ਬਰਕਤ ਜਿਹੜੀ ਹੈ ਗੁਰੂ ਕੀ ਵਰਤਦੀ ਹੈ। ਇਹਨਾਂ ਨੂੰ ਲੱਗ ਰਿਹਾ ਸੀ ਕਿ ਅਸੀਂ ਭੂਤ ਪ੍ਰੇਤਾਂ ਨੂੰ ਭਜਾਉਣਾ, ਲੇਕਿਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਲੱਗਿਆ ਕਿ ਭਾਈ ਕਾਠ ਕੀ ਲੱਕੜੀ ਕਹਾਂ ਕਰੇ ਬਪੁਰੀ ਖਿਲਾਵਨ ਹਾਰੋ ਜਾਣਾ ਹੈ, ਕਿ ਭਾਈ ਮੈਂ ਤਾਂ ਨਿਮਿਤ ਮਾਤਰ ਆ, ਮੈਂ ਕੀ ਕਰ ਸਕਦਾ। ਮਹਾਰਾਜ ਜੀ ਨੇ ਬਚਨ ਕੀਤਾ ਤੇ ਆਪ ਅਗਲਾ ਵੀ ਕਾਰਜ ਮਹਾਰਾਜ ਜੀ ਨੇ ਆਪ ਸਵਾਰ ਦੇਣਾ। ਯਹਾਂ ਤੇ ਇਨਕੋ ਤਰਾਸ ਮਹਾਨ। ਇਸ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਡਰ ਹੈ। ਕੋਈ ਵੀ ਗੱਲ ਜਦੋਂ ਆਪਾਂ ਆਪਣੇ ਉੱਤੇ ਟੁਕਾ ਲੈਂਦੇ ਆ ਤੇ ਉੱਥੇ ਫਿਰ ਬੰਦਾ ਡਰ ਜਾਂਦਾ, ਘਬਰਾ ਜਾਂਦਾ। ਕਰਨ ਕਰਾਵਨ ਗੁਰ ਤੁਮ ਜਾਨੋ। ਕਰਨ ਕਰਾਵਨ ਆਪ ਜੀ ਨੇ ਜਾਣ ਲਿਆ ਕਿ ਭਾਈ ਕਰਨ ਵਾਲਾ ਤਾਂ ਮੈਂ ਨਹੀਂ ਆ, ਮੈਂ ਤਾਂ ਨਿਮਿਤ ਮਾਤਰ ਹਾਂ। ਸਤਿਗੁਰੂ ਮਹਾਰਾਜ ਮੇਰੇ ਵਿੱਚ ਵਰਤ ਕਰਕੇ ਤੇ ਆਪਣਾ ਕਾਰਜ ਉਹਨਾਂ ਨੇ ਜਿਸ ਕਾ ਕਾਰਜ ਤਿਨ ਹੀ ਕੀਆ
ਮਾਨਸ ਕਿਆ ਵਿਚਾਰਾ ਰਾਮ, ਨਾ ਕਾਰਜ ਕਰਵਾ ਲੈਂਦੇ ਹਨ। ਇਮ ਸਮਝਾਏ ਸੰਗ ਤਿਸ ਕੀ। ਇਸ ਤਰ੍ਹਾਂ ਸਮਝਾ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੋਂਦੇ ਖੱਤਰੀ ਦੇ ਨਾਲ ਭੇਜ ਦਿੱਤਾ। ਤਬ ਸ੍ਰੀ ਅਮਰ ਚਲੇ ਰਸ ਭੀਨੂ। ਜਿਹੜੇ ਰਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਪ੍ਰੇਮ ਰਸ ਦੇ ਵਿੱਚ ਭਿੱਜੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਮੰਨ ਕਰਕੇ ਹੁਣ ਉਸ ਪਾਸੇ ਜਾ ਰਹੇ। ਹੁਣ ਜਾ ਕਰਕੇ ਭੂਤਾਂ ਪ੍ਰੇਤਾਂ ਨੂੰ ਕਿਸ ਤਰ੍ਹਾਂ ਭਜਾਉਣਾ ਹੈ ਤੇ ਕਿਸ ਤਰ੍ਹਾਂ ਉਹ ਨਗਰ ਜਿਹੜਾ ਗੋਵਿੰਦਵਾਲ ਗੋਵਿੰਦਪੁਰੀ ਸਾਂਭਾ ਜਲਿਆਣ ਤੀਰ ਵਿਪਾਸ ਬਣਾਇਆ। ਮਹਾਰਾਜ ਉਹ ਨਗਰ ਕਿਸ ਤਰ੍ਹਾਂ ਵਸਾਉਂਦੇ ਹਨ, ਉਹ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਪ੍ਰਸੰਗ ਨੂੰ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਦਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। हे संतां कै सदा संग निधारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखों हिया परोय। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨਾ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ
ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭਲੇ